ਸੋ ਸੰਸਾਰੀ ਤੌਰ ਤੇ ਤਾਂ ਲੋਕ ਉਹਨਾਂ ਨੂੰ ਕਹਿਣਗੇ ਵੀ ਇਹ ਮੂਰਖ ਨੇ, ਇਹਨਾਂ ਦੀ ਮੰਦ ਬੁੱਧੀ ਹੈ, ਤਾਂ ਗਲਤ ਬੋਲਦੇ, ਜਿਵੇਂ ਪਾਤਸ਼ਾਹ ਨੂੰ ਕਹਿੰਦੇ ਸੀਗੇ, ਕੋਈ ਕਹੇ ਭੂਤਨਾ ਕੋ ਕਹੇ ਬਿਤਾਲਾ। ਕਬੀਰ ਸਾਹਿਬ ਨੂੰ ਕਿਸੇ ਨੇ ਕਿਹਾ ਨਾ ਵੀ ਇਹ ਕੁੱਤੇ ਵਾਂਗੂ ਭੌਂਕਦਾ, ਤਾਂ ਹੀ ਉਹਨਾਂ ਨੇ ਕਿਹਾ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਮ, ਗਲੇ ਹਮਾਰੇ ਜੇਵਰੀ ਜੈ ਖਿੱਚੇ, ਤੇ ਜੋ ਕਹਿੰਦੇ ਹੈਗੇ ਆ ਪਰ ਪਰਮੇਸ਼ਰ ਦੇ ਆ। ਮੰਦ ਨੀਵੇਂ ਵੀ ਸੁਣ ਲੈਣ ਸਿਫਤ ਸ਼ਲਾਘਾ ਦੱਸ ਸਕਦੇ ਹਨ। ਸਾਰੇ ਹੀ ਭਗਤਾਂ ਦਾ ਸਮਾਜਿਕ ਤੌਰ ਤੇ ਜਿਹੜਾ ਦਰਜਾ ਸੀ ਉਹ ਨੀਵਾਂ ਹੀ ਸੀਗਾ। ਉਹਨਾਂ ਨੂੰ ਤਾਂ ਸਾਰੇ ਸ਼ੂਦਰੀ ਕਹਿੰਦੇ ਸੀਗੇ। ਵੱਡੇ ਵੱਡੇ ਜਿਹੜੇ ਉਸ ਵੇਲੇ ਬ੍ਰਾਹਮਣ ਸੀ, ਪੰਡਤ ਸੀ, ਉਹ ਤਾਂ ਉਹਨੂੰ ਨੀਵੀਂ ਜਾਤਾਂ ਕਰਕੇ ਰੱਦ ਕਰਦੇ ਸੀ, ਪਰ ਉਹਨਾਂ ਨੂੰ ਸੁਣਦਾ ਸੀ ਤੁਰਕੀ ਬਾਣੀ। ਉਹਨਾਂ ਨੇ ਪੰਡਤ ਦਾ ਪਾਜ ਉਧੇੜ ਕੇ ਰੱਖਤਾ। ਉਹਨਾਂ ਨੇ ਪੰਡਤ ਦੀ ਜਿਹੜੀ ਮੱਤ ਸੀਗੀ ਉਹਨੂੰ ਰੱਦ ਕੀਤਾ। ਗੁਰਬਾਣੀ 'ਚ ਜੈਦੇਵ ਜੀ ਬ੍ਰਾਹਮਣ ਹੋਏ ਨੇ, ਉਸ ਮੱਤ ਦੇ ਅਨੁਯਾਈ ਹੋਏ ਨੇ, ਪਰ ਉਹਨਾਂ ਨੇ ਤਾਂ ਉਹਨਾਂ ਦੀ ਇੱਕ ਵੀ ਗੱਲ ਨਹੀਂ ਮੰਨੀ, ਉਹ ਉਹਨਾਂ ਤੋਂ ਉਲਟੀ ਬੋਲੇ। ਜਾਂ ਫਿਰ ਭੱਟ ਸਾਹਿਬਾਨ ਹੋਏ ਨੇ, ਭੱਟ ਸਾਹਿਬਾਨਾਂ ਨੇ ਵੀ ਉਹਨਾਂ ਦੀ ਮੱਤ ਦੀ ਕੋਈ ਗੱਲ ਨਹੀਂ ਮੰਨੀ, ਉਹਨਾਂ ਤੋਂ ਉਲਟ ਗੱਲ ਕੀਤੀ ਕਿ ਅਸਲੀਅਤ ਆ ਹੈ, ਜਿਹੜਾ ਕੁਝ ਤੁਸੀਂ ਕਹਿੰਦੇ ਹੋ ਇਹ ਅਸਲੀਅਤ ਨਹੀਂ ਹੈ। ਜਿਹੜੀ ਗੁਰਮਤਿ ਹੈ ਇਹ ਮਨ ਦੇ ਮਿਟਣ ਤੋਂ ਬਾਅਦ ਪ੍ਰਗਟ ਹੁੰਦੀ ਹੈ। ਫਿਰ ਇੱਕ ਹੋ ਕੇ ਉਹ ਹੁਕਮ ਸੁਣਦਾ। ਉਹ ਸਾਰੇ ਭਗਤਾਂ ਨੂੰ ਸੁਣਿਆ ਤੇ ਸਾਰੇ ਭਗਤਾਂ ਦੀ ਮੱਤ ਵੀ ਇੱਕੋ ਹੀ ਸੀ, ਤੇ ਉਹਨਾਂ ਨੇ ਜਿਹੜਾ ਹੁਕਮ ਸੁਣਿਆ ਉਹਦੀ ਸਾਰਿਆਂ ਨੇ ਵਿਆਖਿਆ ਵੀ ਕੀਤੀ ਹੈ। ਅੱਜ ਸਾਡੇ ਕੋਲ ਅਸੀਂ ਜਦੋਂ ਗੁਰਬਾਣੀ ਨੂੰ ਦੇਖਦੇ ਹਾਂ ਤਾਂ ਗੁਰਬਾਣੀ ਵਿੱਚ ਚਾਹੇ ਕੋਈ ਵੀ ਸ਼ਬਦ ਲਈਏ ਉਹਦੀ ਇੱਕੋ ਹੀ ਪਰਿਭਾਸ਼ਾ ਹੈ, ਦੂਜੀ ਨਹੀਂ ਹੈ। ਸੁਣਿਆ ਮੁੱਖ ਸਲਾਹਣ ਮੰਦ, ਉਹਨਾਂ ਦੇ ਮੁੱਖੋਂ ਵੀ ਜਿਹੜੇ ਤੁਰਕੀ ਬਾਣੀ ਸੁਣਦੇ ਆ, ਜਿਨ੍ਹਾਂ ਨੂੰ ਸੁਣਦੀ ਹੈ, ਉਹਨਾਂ ਦੇ ਮੁੱਖੋਂ ਜਿਹੜੀ ਚੀਜ਼ ਨਿਕਲਦੀ ਹੈ ਉਹ ਵੀ ਸਿਫਤ ਸਲਾਹ ਵਾਲੀ ਨਿਕਲਦੀ ਹੈ। ਸੰਸਾਰੀ ਭਾਵੇਂ ਉਹਨੂੰ ਚੰਗਾ ਨਾ ਸਮਝਣ, ਪਰ ਦਰਗਾਹ ਵਾਲੇ ਉਹਨਾਂ ਨੂੰ ਚੰਗਾ ਸਮਝਦੇ। ਦਰਗਾਹ ਦੇ ਵਿੱਚ ਉਹਨਾਂ ਦੀ ਸੋਭਾ ਹੈ। ਸੁਣਿਆ ਜੋਗ ਜੁਗਤ ਧਨ ਭੇਦ, ਸਲਾਹਣ ਬਾਰੇ ਵੀ ਜੇ ਆਪਾਂ ਗੁਰਬਾਣੀ ਚੋਂ ਕੁਛ ਦੇਖੀਏ, ਦੋ ਕੁ ਬਚਨ, ਅੰਗ 266 ਉੱਪਰ ਵੀ ਪਾਤਸ਼ਾਹ ਕਹਿੰਦੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਈ। ਹੁਣ ਦੇਖੋ ਪਾਤਸ਼ਾਹ ਨੇ ਇੱਥੇ ਬਚਨ ਲਿਖਿਆ, ਕਹਿੰਦੇ ਤੁਮਰੀ ਉਸਤਤ ਤੁਮ ਤੇ ਹੋਏ। ਇਹ ਸੱਚਖੰਡ ਵੱਲੋਂ ਫਰਮਾਨ ਹੈ ਕਿ ਤੇਰੀ ਜਿਹੜੀ ਉਸਤਤ ਤੂੰ ਹੀ ਕਰ ਸਕਦਾ ਹੈ। ਹੁਣ ਇਹ ਪਰਮੇਸ਼ਰ ਦੀ ਗੱਲ ਨਹੀਂ ਹੈਗੀ, ਇਹ ਪਰਮੇਸ਼ਰ ਵੱਲੋਂ ਆਰਡਰ ਹੈ ਵੀ ਤੁਮਰੀ ਉਸਤਤ, ਭਾਵ ਕਿ ਜਿਹੜਾ ਤੁਸੀਂ ਤੱਤ ਸਰੂਪ ਹੋ ਤੁਹਾਨੂੰ ਹੀ ਪਤਾ ਲੱਗਣਾ ਵੀ ਤੁਸੀਂ ਕੀ ਹੋ, ਤੁਸੀਂ ਆਪਣੇ ਹੀ ਆਪ ਨੂੰ ਹੀ ਜਾਣਨਾ। ਤੁਮ ਤੇ ਹੋਏ, ਤੁਮ ਤੋਂ ਹੀ ਹੋਣੀ ਹੈ। ਨਾਨਕ ਅਵਰ ਨਾ ਜਾਣ ਸਕੋ, ਨਾਨਕ ਜੀ ਕਹਿੰਦੇ ਇਹਨੂੰ ਕੋਈ ਦੂਜਾ ਨਹੀਂ ਜਾਣ ਸਕਦਾ। ਜਦੋਂ ਆਤਮਾ ਪ੍ਰਾਤਮਾ ਇੱਕ ਹੁੰਦੀਆਂ ਨੇ, ਉਹ ਆਪ ਨੂੰ ਹੀ ਪਤਾ ਲੱਗਦਾ, ਦੂਜੇ ਨੂੰ ਨਹੀਂ ਕਿਸੇ ਨੂੰ ਪਤਾ ਲੱਗਦਾ। ਦੂਜੇ ਨੂੰ ਕਿਵੇਂ ਪਤਾ ਲੱਗ ਜਾਊਗਾ? ਦੂਜੇ ਨੂੰ ਤਾਂ ਉਦੋਂ ਪਤਾ ਲੱਗਣਾ ਜਦੋਂ ਕੁਛ ਬੋਲੂਗਾ। ਕਹਿਬੇ ਮਾਹੇ ਬਵੇਕ, ਉਹਦੇ ਬੋਲਣ ਤੋਂ ਪਤਾ ਤਾਂ ਲੱਗ ਸਕਦਾ, ਪਰ ਜਦੋਂ ਅੰਦਰ ਕਲਾ ਵਰਤਦੀ ਹੈ ਉਹ ਤਾਂ ਉਹੀ ਜਾਣਦਾ, ਬਾਹਰੋਂ ਨਹੀਂ ਪਤਾ ਲੱਗ ਸਕਦਾ। ਬਾਹਰੋਂ ਸਿਰਫ ਉਦੋਂ ਪਤਾ ਲੱਗੂ ਜਦੋਂ ਬੋਲੂਗਾ, ਫਿਰ ਉਹਦੇ ਬੋਲਣ ਨੂੰ ਵਿਚਾਰਿਆ ਜਾਊਗਾ। ਕਈ ਵਾਰ ਬੰਦਾ ਮੂੰਹੋਂ ਇੰਨਾ ਵਧੀਆ ਬੋਲਦਾ, ਇੰਨੀਆਂ ਚੰਗੀਆਂ ਗੱਲਾਂ ਕਰਦਾ, ਲੋਕ ਪ੍ਰਭਾਵਿਤ ਹੋ ਜਾਂਦੇ, ਪਰ ਗੁਰਬਾਣੀ ਨੇ ਇਹ ਤੋਂ ਵੀ ਰੋਕ ਲਾਈ ਹੈ ਕਿ ਕਿਤੇ ਉਹਨਾਂ ਦੇ ਬੋਲਾਂ ਨੂੰ ਸੁਣ ਕੇ ਪ੍ਰਭਾਵਿਤ ਨਾ ਹੋ ਜਾਵੇ। ਬਹੁਤ ਬਰੀਕ ਰਸਤਾ ਹੈ। ਹੇ ਮੇਰੇ ਮਨਾ, ਕੋਈ ਐਡੀ ਸੌਖੀ ਖੇਡ ਨਹੀਂ ਹੈਗੀ। ਅਤਿ ਕੁਲੀਨ ਚਤਰ ਮੁੱਖ ਗਿਆਨੀ, ਆ ਦੇਖ ਪਾਤਸ਼ਾਹ ਨੇ ਕੀ ਲਿਖਿਆ। ਕਈ ਮੁੱਖੋਂ ਵੀ ਗਿਆਨੀ ਹੋ ਸਕਦੇ, ਜਿਵੇਂ ਮੈਂ ਆ, ਮੇਰੇ ਵਰਗੇ ਮੁੱਖੋਂ ਗਿਆਨੀ ਨੇ। ਧਨਵੰਤ, ਬਥੇਰੇ ਪੈਸੇ ਵਾਲੇ ਵੀ ਹੋਣਗੇ, ਔਰ ਮੁੱਖ ਗਿਆਨੀ ਧਨਵੰਤ ਵੀ ਹੈਗੇ, ਕਿ ਮੁੱਖੋਂ ਇਹੋ ਜਿਹੇ ਸ਼ਬਦ ਕੱਢਣੇ ਆ ਸੁਣਨ ਵਾਲਾ ਕਹੇ ਵੀ ਆ ਤਾਂ ਸਿਰਾ ਹੀ ਕਰਤਾ ਯਾਰ, ਇਹਦਾ ਦਰਗਾਹ ਹੀ ਦਿਖਾਤੀ। ਅੱਜ ਐਡੀ ਸੋਹਣੀ ਸੰਤਾਂ ਨੇ ਕਥਾ ਕੀਤੀ, ਮਨ ਜਮਾਂ ਹੀ ਨਹੀਂ ਹਿੱਲਿਆ, ਬਸ ਐਂ ਲੱਗਦਾ ਜਿਵੇਂ ਦਰਗਾਹ ਸਾਹਮਣੇ ਹੀ ਹੈ। ਪਰ ਪਾਤਸ਼ਾਹ ਕਹਿੰਦੇ ਮਿਰਤਕ ਕਹੀਏ ਨਾਨਕਾ, ਜੈ ਪ੍ਰੀਤ ਨਹੀਂ ਭਗਵੰਤ।
ਉਹਨਾਂ ਨੇ ਜਿਹੜੀ ਤੁਹਾਨੂੰ ਦਰਗਾਹ ਦਿਖਾਈ ਹੈ ਉਹ ਸਰੀਰ ਨਾਲ ਸੰਬੰਧਿਤ ਹੀ ਦਿਖਾਈ ਹੈ, ਜੋਤ ਨਾਲ ਸੰਬੰਧਿਤ ਨਹੀਂ ਦਿਖਾਈ ਹੈਗੀ। ਗੁਰਮੁਖ ਆਹ ਚੀਜ਼ ਨੂੰ ਫੜ ਲੈਂਦਾ ਹੈ, ਕਿਉਂਕਿ ਗੁਰਮੁਖ ਨੂੰ ਖੋਟੇ ਖਰੇ ਦਾ ਪਤਾ, ਕਿਉਂਕਿ ਸੰਤ ਜੋ ਕੁਝ ਵੀ ਸੁਣਾਉਂਦੇ ਆ ਉਹ ਸਾਖੀ ਸੁਣਾਉਂਦੇ ਆ, ਉਹਨਾਂ ਦੀਆਂ ਸਾਖੀਆਂ ਦੇ ਵਿੱਚ ਸਰੀਰ ਨੂੰ ਸੁਖਦਾਇਕ ਗੱਲਾਂ ਨੇ। ਤੇ ਗੁਰਮੁਖ ਉੱਤੋਂ ਫੜ ਲੈਂਦਾ ਵੀ ਇਹ ਤਾਂ ਸਰੀਰ ਨਾਲ ਸੰਬੰਧਿਤ ਗੱਲ ਹੈ, ਇਹ ਜੋਤ ਨਾਲ ਤਾਂ ਹੈ ਨਹੀਂ ਗੀ। ਇਸੇ ਕਰਕੇ ਗੁਰਮੁਖ ਨੂੰ ਫਿਰ ਉਹ ਬਰਦਾਸ਼ਤ ਨਹੀਂ ਕਰਦੇ। ਉਹ ਕਹਿੰਦੇ ਦਰਗਾਹ ਹੈ, ਪਰ ਅਸਲੀ ਜੋਤ ਵਾਸਤੇ ਦਰਗਾਹ ਹੈ, ਸਰੀਰ ਵਾਸਤੇ ਤਾਂ ਨਹੀਂ ਹੈ। ਪਰ ਸਾਡੇ ਤਾਂ ਸਰੀਰ ਨੂੰ ਨਾਲ ਲੈ ਜਾਂਦੇ ਆ, ਫਿਰ ਗਾਂਹ ਜਾ ਕੇ ਸਰੀਰ ਮਿਲਦੇ ਆ। ਉਹ ਜਦ ਕਿ ਜੋਤ ਆਪ ਹੀ ਖੁਦ ਸਰੀਰ ਹੈ। ਜੋਤ ਨੂੰ ਤਾਂ ਇੱਥੇ ਆ ਕੇ ਕੱਪੜਾ ਮਿਲਿਆ, ਇਹ ਕੱਪੜਾ ਤਾਂ ਲਾ ਕੇ ਜਾਣਾ ਇਹਨੇ। ਗਾਹਾਂ ਜੋਤ ਕੱਲੀ ਜੋਤ ਹੁੰਦੀ ਹੈ, ਅੱਗੇ ਹੰਸ ਅਕੇਲਾ। ਨਿਰਾਕਾਰੀ ਜੋਤ ਹੈ ਜਿਹੜੀ, ਸਰੀਰ ਨਿਰਾਕਾਰੀ ਹੈ, ਉਹ ਤਾਂ ਅੱਗੇ ਜਾਣਾ ਹੀ ਜਾਣਾ। ਉਹਦੇ ਨਾਲ ਕੋਈ ਨਹੀਂ ਜਾਂਦਾ, ਉਹ ਕੱਲਾ ਜਾਂਦਾ। ਉਹਨੇ ਜੋ ਕਮਾਈ ਕੀਤੀ ਹੋ ਜਾਂਦੀ ਹੈ। ਜੇ ਤਾਂ ਮਾਇਆ ਦੀ ਕੀਤੀ ਉਹ ਤਾਂ ਜਦੋਂ ਸਰੀਰ ਸੜਦਾ ਜਾਂ ਦੱਬਿਆ ਜਾਂਦਾ ਜਾਂ ਜਲ ਪ੍ਰਵਾਹ ਕੀਤਾ ਜਾਂਦਾ ਉਹਦੇ ਨਾਲ ਹੀ ਰਹਿ ਜਾਂਦਾ। ਤੱਤ ਗਿਆਨ ਰਹਿੰਦਾ ਨਾਲ। ਜਿੰਨੀ ਕੁ ਤੱਤ ਦੀ ਕੋਈ ਸੋਝੀ ਹੈ ਉਨਾ ਕੋ ਸਫਰ ਕਰਦੀ ਹੈ, ਜਿੰਨਾ ਨਹੀਂ ਤੱਤ ਹੁੰਦਾ ਉੱਥੋਂ ਜਾ ਕੇ ਫੇਰ ਦੁਬਾਰਾ ਸਰੀਰ 'ਚ ਆ ਜਾਂਦੀ ਹੈ। ਏਕਸ ਹਰ ਕੇ ਨਾਮ ਬਿਨ, ਅੱਗੇ ਲਈਏ ਉਹਨੇ ਸਾਰਾ ਕੁਝ ਖੋਲਣਾ, ਕਹਿੰਦੇ ਇੱਥੇ ਰੱਖ, ਨਾਮ ਦਿਖਾ। ਜੇ ਤਾਂ ਨਾਮ ਹੈ ਤਾਂ ਦਿਖਾਊ, ਤੇ ਜੇ ਹੈ ਹੀ ਨਹੀਂ ਕੋਲ ਤੇ ਫਿਰ ਕੀ ਦਿਖਾਊਗਾ। ਫਿਰ ਆ ਸਰੀਰ ਨੇ ਬਥੇਰੇ ਨੇ। ਪਾਤਸ਼ਾਹ ਕਹਿੰਦੇ ਆ ਜਾਓ, ਕੋਈ ਰੋਕ ਨਹੀਂ ਹੈ, ਜਦੋਂ ਮਰਜੀ ਆਓ, ਜਦੋਂ ਮਰਜੀ ਜਾਓ। ਸੋ ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣਸ ਕੋਏ। ਅੰਗ 100 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਆਏ। ਕਹਿੰਦੇ ਸਿਫਤ ਸਲਾਹਣ, ਜਿਹੜੀ ਕਹਿੰਦੇ ਤੂੰ ਆਪਣੇ ਮੂਲ ਦੀ ਸਿਫਤ ਕਰਨੀ ਹੈ, ਉਹਦੀ ਜਿਹੜੀ ਸਲਾਹ ਹੈ ਉਹੀ ਸਿਫਤ ਹੈ। ਆਪਣੇ ਗੁਰ ਦੀ ਗੱਲ ਮੰਨਣੀ ਹੀ ਸਿਫਤ ਹੈ। ਆਪਣੇ ਪਿਓ ਦਾ ਹੁਕਮ ਮੰਨਣਾ ਹੀ ਉਹਦੀ ਵਡਿਆਈ ਹੈ। ਜਿਉਂ ਪਿਓ ਪਿਓ ਕਰੀ ਜਾਣਾ ਤਾਂ ਵਡਿਆਈ ਨਹੀਂ ਹੈ। ਜੋ ਪਿਓ ਗੱਲ ਕਹਿ ਰਿਹਾ ਉਹਨੂੰ ਮੰਨ ਲੈਣਾ, ਉਹ ਵਡਿਆਈ ਹੈ। ਸਿਫਤ ਸਲਾਹਣ ਤੇਰਾ ਹੁਕਮ ਹੈ, ਕਹਿੰਦੇ ਬਸ ਤੇਰੇ ਲਈ ਇਹੀ ਹੁਕਮ ਹੈ ਕਿ ਤੂੰ ਆਪਣੇ ਮੂਲ ਦੀ ਗੱਲ ਮੰਨ। ਜਾਂ ਅੱਜ ਸਾਡੇ ਕੋਲ ਗੁਰਬਾਣੀ ਹੈ, ਅਸੀਂ ਗੁਰਬਾਣੀ ਦੀ ਗੱਲ ਮੰਨੀਏ, ਇਹੀ ਹੁਕਮ ਹੈ, ਹੋਰ ਕੋਈ ਹੁਕਮ ਨਹੀਂ ਹੈ। ਰਜਾਈ ਇਹ ਸੱਚਖੰਡ ਵੱਲੋਂ ਆਇਆ ਹੋਇਆ। ਜਿੱਥੇ ਰਜਾ ਸ਼ਬਦ ਆਉਂਦਾ ਉਹ ਸਾਡੇ ਲਈ ਆਉਂਦਾ, ਜਿੱਥੇ ਰਜਾਈ ਸ਼ਬਦ ਆਉਂਦਾ ਉਹ ਸੱਚਖੰਡ ਲਈ ਆਉਂਦਾ। ਹੁਕਮ ਰਜਾਈ ਚੱਲਣਾ, ਤੇ ਕਿਹਦੇ ਹੁਕਮ ਚੱਲਣਾ? ਰਜਾਈ ਦੇ ਹੁਕਮ ਚੱਲਣਾ ਹੈ। ਰਜਾਈ ਹੈ ਸਾਰਾ ਸੱਚਖੰਡ। ਚੱਲਣਾ ਕੀ ਨੇ? ਜੋਤ ਨੇ। ਜੋਤ ਕੀ ਹੈ? ਰਜਾ। ਤੇਰੀ ਰਜਾ ਕਿ ਮੈਂ ਤੇਰੇ ਹੁਕਮ ਨੂੰ ਮੰਨਦਾ ਹਾਂ। ਰਜਾਈਆਂ ਦੀ ਗੱਲ ਮੰਨਣੀ, ਰਜਾ ਵਿੱਚ ਰਹਿਣਾ ਜਿੰਨਾ ਚਿਰ ਸਰੀਰ ਹੈ। ਜਦੋਂ ਸਰੀਰ ਵਿੱਚ ਰਜਾ 'ਚ ਰਹਿੰਦਾ ਰਹਿੰਦਾ ਸਰੀਰ ਛੱਡ ਜਾਂਦਾ, ਫਿਰ ਇਹ ਵੀ ਰਜਾਈ ਬਣ ਜਾਂਦਾ। ਅੰਗ 236 ਉੱਪਰ ਵੀ ਪਾਤਸ਼ਾਹ ਕਹਿੰਦੇ ਸੱਚ ਸਲਾਹਣ ਨਾਨਕ ਹਰ ਰੰਗਾ। ਕਹਿੰਦੇ ਸੱਚ ਸਲਾਹਣ, ਸੱਚ ਦੀ ਸਲਾਹ ਚੱਲਣਾ। ਸੱਚ ਦਾ ਫਿਰ ਹੁਕਮ ਹੀ ਹੈ ਨਾ। ਨਾਨਕ ਜੀ ਕਹਿੰਦੇ ਵੀ ਮੇਰੇ ਹਰ ਨੂੰ, ਜਿਹੜਾ ਮੇਰਾ ਮੂਲ ਹੈ, ਮੈਨੂੰ ਤਾਂ ਉਹਦਾ ਰੰਗ ਚੜਿਆ ਹੋਇਆ ਭਾਈ, ਤੁਸੀਂ ਹੁਣ ਆਪਣਾ ਵਿਚਾਰੋ। ਅੰਗ 466 ਉੱਪਰ ਵੀ ਪਾਤਸ਼ਾਹ ਕਹਿੰਦੇ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਨਾਨਕ ਜੀ ਕਹਿੰਦੇ ਭਗਤਾਂ, ਹੁਣ ਭਗਤਾਂ 'ਚੋਂ ਆਪ ਵੀ ਆਉਂਦੇ, ਭਗਤਾਂ ਬਹੁਵਚਨ ਹੈ। ਭਗਤਾਂ ਦੇ ਅੰਦਰ ਭੁੱਖ ਸਲਾਹਣ ਹੁੰਦੀ ਹੈ। ਭਗਤਾਂ ਦੇ ਅੰਦਰ ਇਹੀ ਭੁੱਖ ਹੁੰਦੀ ਹੈ ਵੀ ਅਸੀਂ ਤੁਹਾਡੀ ਰਜਾ 'ਚ ਚੱਲੀਏ, ਤੁਹਾਡੀ ਸਲਾਹ ਨਾਲ ਚੱਲੀਏ, ਤੁਹਾਡੇ ਭਾਣੇ ਅਨੁਸਾਰ ਚੱਲੀਏ, ਤੁਹਾਡੇ ਹੁਕਮ ਤੋਂ ਬਾਹਰ ਨਾ ਚੱਲੀਏ। ਸੱਚ ਨਾਮ ਹੈ ਆਧਾਰ। ਕਹਿੰਦੇ ਸਾਡੇ ਲਈ ਤਾਂ ਇਹੀ ਆਧਾਰ ਹੈ। ਅਸੀਂ ਤਾਂ ਇਸ ਹੁਕਮ ਨੂੰ ਹੀ ਆਪਣਾ ਜੀਵਨ ਸਮਝਦੇ ਹਾਂ। ਹੁਕਮ ਤੋਂ ਬਾਹਰ ਅਸੀਂ ਕੁਛ ਨਹੀਂ ਮੰਨਦੇ। ਸਾਡਾ ਜੀਵਨ ਸਿਰਫ ਇਹੀ ਹੈ। ਸੁਣਿਆ ਮੁੱਖ ਸਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ। ਹੁਣ ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਆ
ਕਹਿੰਦੇ ਸੁਣਿਆ ਜੋਗ ਜੁਗਤ ਤਨ ਭੇਦ। ਹੁਣ ਇਹ ਕੀ ਕਰਨ ਲੱਗੇ? ਬਾਹਰਲੇ ਤਨਾਂ ਦੇ ਭੇਦ ਨੂੰ ਜਾਣਨ ਲੱਗੇ। ਜੋਗੀ ਇਹੀ ਕੁਝ ਕਰਦੇ ਸੀਗੇ ਕਿ ਸਰੀਰ ਦੇ ਅੰਦਰ ਇੰਨੀਆਂ ਨਾੜੀਆਂ ਨੇ, ਇਹਨਾਂ ਨਾੜੀਆਂ ਦੇ ਵਿੱਚ ਹਵਾ ਚੱਲਦੀ ਹੈ, ਇਹਨਾਂ 'ਚ ਖੂਨ ਚੱਲਦਾ ਹੈ, ਇਹਦੇ ਨਾਲ ਮਿੱਝ ਬਣਦੀ ਹੈ, ਆਹ ਬਿਮਾਰੀ ਇਸ ਤਰ੍ਹਾਂ ਦੀ। ਉਹ ਇਹਨਾਂ ਚੀਜ਼ਾਂ ਦੇ ਚੱਕਰ 'ਚ ਪੈ ਗਏ ਜੋ ਬਾਹਰਲਾ ਸਰੀਰ ਹੈ। ਪਰ ਇੱਥੇ ਤਨ ਦੇ ਸਿਹਾਰੀ ਪਈ ਹੈ ਇਹਨਾਂ ਨੇ। ਇਹ ਹੈਗੀ ਤਨ ਦੇ ਅੰਦਰ, ਹਿਰਦੇ ਦੇ ਅੰਦਰਲਾ ਭੇਦ ਜਾਣਨਾ ਸੀ, ਉਹ ਤਾਂ ਜਾਣੇ ਹੀ ਨਹੀਂ। ਸੁਣਿਆ ਜੋਗ, ਜਿਹੜਾ ਜੋਗ ਹੁੰਦਾ, ਜੋਗ ਹੁੰਦਾ ਜੁੜਨਾ। ਦੋ ਚੀਜ਼ਾਂ ਨੇ, ਦੋ ਚੀਜ਼ਾਂ ਨੂੰ ਇੱਕ ਕਰ ਦੇਣਾ, ਆਤਮਾ ਪ੍ਰਾਤਮਾ ਨੂੰ ਇੱਕ ਕਰਨਾ, ਇਹ ਜੋਗ ਹੈ। ਜਦੋਂ ਇਹ ਜੁਗਤੀ ਹੈ, ਇਹੀ ਤਾਂ ਜੁਗਤੀ ਹੈ ਗੁਰਬਾਣੀ ਦੇ ਅੰਦਰ ਵੀ। ਜੋਗ ਕਿਵੇਂ ਹੁੰਦਾ, ਜੁੜਦੀਆਂ ਕਿਵੇਂ ਨੇ? ਆਤਮਾ ਪ੍ਰਾਤਮਾ ਏਕੋ ਕਰੈ, ਕਿਵੇਂ ਹੁੰਦੀਆਂ ਨੇ ਇੱਕੋ? ਇਹਦੀ ਜੁਗਤੀ ਦੱਸੀ ਹੈ ਗੁਰਬਾਣੀ 'ਚ। ਤਾਂ ਨਹੀਂ ਭੇਦ, ਕਹਿੰਦੇ ਜਿਹਦੇ ਕੋਲ ਜੁਗਤੀ ਹੈ ਉਹਨੂੰ ਹਿਰਦੇ 'ਚ ਭੇਦ ਵੀ ਪਤਾ ਲੱਗ ਜਾਂਦਾ ਕਿ ਕਿਵੇਂ ਆ। ਗੁਰਬਾਣੀ 'ਚ ਸਾਰਾ ਭੇਦ ਦੱਸਿਆ ਵੀ ਆਤਮਾ ਪ੍ਰਾਤਮਾ ਕਿਵੇਂ ਇੱਕ ਹੁੰਦੀਆਂ ਨੇ। ਜਿਵੇਂ ਇੱਕ ਬੀਜ ਹੁੰਦਾ ਹੈ, ਹੁਣ ਬੀਜ ਦੇ ਅੰਦਰ ਉਹ ਤੱਤ ਹੈ, ਪਰ ਜਦੋਂ ਅਸੀਂ ਬੀਜ ਨੂੰ ਬੀਜ ਦਿੰਦੇ ਹਾਂ ਤੇ ਉਹ ਬੀਜ ਨੂੰ ਪਾੜ ਕੇ ਬਾਹਰ ਨਿਕਲਦਾ। ਇਸੇ ਤਰ੍ਹਾਂ ਆਤਮਾ ਪ੍ਰਾਤਮਾ ਜਦੋਂ ਇੱਕ ਹੁੰਦੀਆਂ ਨੇ, ਇਹਦੇ ਅੰਦਰ ਹੈ ਉਹ ਤੱਤ ਵਸਤੂ, ਇੱਕ ਹੋਏ ਤਾਂ ਉਗਵ ਹੈ, ਇਹਦੇ ਵਿੱਚੋਂ ਪਾੜ ਕੇ ਨਿਕਲਦਾ। ਜਿਹੜਾ ਪਾੜ ਕੇ ਵਿੱਚੋਂ ਨਿਕਲਦਾ ਉਹ ਹੈ ਸ਼ਬਦ ਗੁਰੂ। ਉਹੀ ਸੀ ਪ੍ਰਹਲਾਦ ਜੀ ਵੇਲੇ ਵੀ, ਜਦੋਂ ਥੰਮ ਉਹ ਪਾੜ ਪ੍ਰਗਟਿਆ, ਉਹ ਥੰਮ ਇਹੀ ਸੀਗਾ। ਦੋ ਹਿੱਸੇ ਇੱਕ ਕਰਤੇ ਆਤਮਾ ਪ੍ਰਾਤਮਾ, ਤੇ ਧਰੋਂ ਜੀ ਦੇ ਹਿਰਦੇ 'ਚੋਂ ਪ੍ਰਗਟ ਹੋ ਗਿਆ ਸ਼ਬਦ ਗੁਰੂ। ਪ੍ਰਹਲਾਦ ਜੀ ਦੇ ਹਿਰਦੇ 'ਚੋਂ ਸ਼ਬਦ ਗੁਰੂ ਪ੍ਰਗਟ ਹੋ ਗਿਆ। ਉੱਥੇ ਵੀ ਗੱਲ ਇਹੀ ਸੀ, ਪਰ ਉੱਥੇ ਚਲੋ ਕਥਾ ਕਹਾਣੀ ਹੋਰ ਬਣਾਤੀਆਂ। ਸੋ ਸੁਣਿਆ ਜੋਗ ਜੁਗਤ ਤਨ ਭੇਦ, ਤਨ ਦੇ ਭੇਦਾਂ ਦਾ ਪਤਾ ਲੱਗਦਾ। ਹਿਰਦੇ ਦੇ ਵਿੱਚ ਕਿਹੜੀ ਕਿਹੜੀ ਘਟਨਾ ਵਰਤਦੀ ਹੈ, ਫੇਰ ਪਤਾ ਲੱਗਦਾ। ਅੰਦਰ ਜਿਹੜਾ ਹਿਰਦਾ ਹੈ ਉਹੀ ਤਾਂ ਆਕਾਸ਼ ਹੈ। ਮਨ ਤੇ ਚਿੱਤ ਦੋ ਹਿੱਸੇ ਨੇ, ਇੱਕ ਆਤਮਾ ਚਾਹੇ ਪ੍ਰਾਤਮਾ ਕਹਿ ਲਓ। ਇਹਨਾਂ 'ਚ ਤ੍ਰੇੜ ਹੈ, ਇਹਨੂੰ ਦਾਲ ਵੀ ਆਖਿਆ। ਅੱਬ ਕਿਉਂ ਉਗਵੈ ਦਾਲ, ਦਾਲ ਕਦੇ ਜੰਮਦੀ ਨਹੀਂ ਹੈ, ਪਰ ਜੇ ਤੇ ਦਾਣਿਆਂ ਨੂੰ ਦੋਨੇ ਨੂੰ ਇੱਕ ਕਰਦੀ ਤੇ ਜੰਮ ਪੈਂਦਾ। ਇਸੇ ਤਰ੍ਹਾਂ ਸਾਡੇ ਅੰਦਰ ਦੋਨੇ ਆਤਮਾ ਦੇ ਪ੍ਰਾਤਮਾ ਦੇ ਅੰਦਰ ਕਿਸੇ ਸਟੈਂਡ ਤੇ ਖੜਦੀਆਂ ਨਹੀਂ ਦੋਨੇ। ਸਾਨੂੰ ਕਿਸੇ ਗੱਲ ਦੀ ਕਲੀਅਰੈਂਸ ਨਹੀਂ ਹੁੰਦੀ, ਕਿਉਂਕਿ ਸਾਡੀ ਆਤਮਾ ਕੁਝ ਹੋਰ ਕਹਿੰਦੀ ਹੈ, ਪ੍ਰਾਤਮਾ ਕੁਝ ਹੋਰ ਕਹਿੰਦੀ ਹੈ। ਜਾਂ ਇੰਜ ਸਮਝ ਲਓ ਗੁਰਬਾਣੀ ਕੁਝ ਹੋਰ ਕਹਿੰਦੀ ਹੈ, ਅਸੀਂ ਕੁਝ ਹੋਰ ਕਰਦੇ ਹਾਂ। ਜਦੋਂ ਸਾਡੀ ਸੁਰਤ 100% ਗੁਰਬਾਣੀ ਨਾਲ ਚੱਲਣ ਲੱਗ ਜਾਂਦੀ ਹੈ, ਜੋ ਗੁਰਬਾਣੀ ਕਹਿ ਰਹੀ ਹੈ ਉਹੀ ਜੋਤ ਅਸੀਂ ਕਰਨ ਲੱਗ ਜਾਂਦੇ ਹਾਂ, ਫਿਰ ਇੱਕ ਹੋ ਜਾਂਦੇ ਹਾਂ। ਇੱਕ ਹੋ ਕੇ ਜਿਹੜਾ ਫੈਸਲਾ ਲਿਆ ਜਾਂਦਾ ਉਹਨੂੰ ਕੋਈ ਰੱਦ ਕਰਕੇ ਦਿਖਾਵੇ। ਫਿਰ ਫੈਸਲਾ ਐਕੂਰੇਟ ਹੁੰਦਾ ਹੈ, ਉਹ 'ਚ ਕੋਈ ਕਮੀ ਨਹੀਂ ਹੁੰਦੀ। ਭਗਤਾਂ ਦੀ ਕਿਸੇ ਗੱਲ 'ਚ ਕਮੀ ਨਹੀਂ ਹੈ, ਸਾਡੇ ਸਾਰੀਆਂ ਗੱਲਾਂ 'ਚ ਕਮੀ ਹੈ। ਗੁਰਬਾਣੀ 'ਚ ਕਿਤੇ ਮਾਫੀ ਨਹੀਂ ਮੰਗੀ। ਕਿਉਂ ਨਹੀਂ ਮੰਗਦੇ ਮਾਫੀ? ਉਹ ਕਹਿੰਦੇ ਅਸੀਂ ਗਲਤ ਕਿਹਾ ਹੀ ਨਹੀਂ, ਕਿਉਂਕਿ ਸਾਤੋਂ ਕਹਾ ਤਾਂ ਪਰਮੇਸ਼ਰ ਰਿਹਾ। 10ਵੇਂ ਗ੍ਰੰਥ 'ਚ ਜਿੱਥੇ ਆਉਂਦਾ ਭੂਲ ਭਰੀ ਲਿਹੋ ਲਿਹੋ ਸੁਧਾਰਾ, ਉੱਥੇ ਗ੍ਰੰਥ ਦੀ ਗੱਲ ਕੀਤੀ ਵੀ ਜੇ ਗ੍ਰੰਥ 'ਚ ਕੋਈ ਗਲਤੀ ਲਿਖੀ ਗਈ ਉਹਨੂੰ ਸੁਧਾਰ ਸਕਦੇ ਹੋ ਤੁਸੀਂ। ਗ੍ਰੰਥਾਂ 'ਚ ਗਲਤੀਆਂ ਹੋ ਜਾਂਦੀਆਂ ਨੇ, ਅੱਜ ਸਾਡੇ ਕੋਲ ਗੁਰਬਾਣੀ 'ਚ ਬਹੁਤ ਗਲਤੀਆਂ ਹੋ ਗਈਆਂ, ਕਿਉਂਕਿ ਹੁਣ ਪ੍ਰਿੰਟਿੰਗ ਪ੍ਰੈਸਾਂ ਆ ਗਈਆਂ। ਅੱਖਰ ਉੱਧਰ ਹੋ ਗਏ, ਜਿਵੇਂ ਬ੍ਰਹਮਾ ਬਣ ਗਿਆ, ਬਰਮਾ ਸ਼ਬਦ ਬਣ ਗਿਆ, ਹੈ ਬ੍ਰਹਮਾ ਸ਼ਬਦ ਹੈ। ਬੱਬੇ ਦੇ ਪੈਰ 'ਚ ਰਾਰਾ ਹਾਹਾ ਮੰਮਾ, ਅਸਲੀ ਸ਼ਬਦ ਇਹ ਹੈ ਬ੍ਰਹਮਾ। ਪਰ ਹੁਣ ਅਸੀਂ ਸੈਂਸ ਚੇਂਜ ਦੀ ਕਰਨ ਦੇ ਪਿੱਛੇ ਇੰਦ ਹੈ, ਇੰਦ ਦੇ ਥੱਲੇ ਰਾਰਾ ਸੀ, ਉਹ ਇੰਦਰ ਸ਼ਬਦ ਹੈ। ਮੰਦ ਸ਼ਬਦ ਦੇ ਥੱਲੇ ਰਾਰਾ ਹੈ ਨਹੀਂ, ਉਹ ਮੰਦ ਨੂੰ ਉਹਦੇ ਨਾਲ ਜੋੜ ਲਈ ਇੰਦ ਤੇ ਮੰਦ ਬਣਾ ਲਿਆ। ਉਹ ਸਾਡੇ ਗੱਲਾਂ ਕਰਤੀਆਂ ਜਦੋਂ ਸਾਡੇ ਮਿਸਪ੍ਰਿੰਟ ਹੋ ਗਏ। ਕਿਤੇ ਅੱਖਰ ਉੱਧਰ ਲੱਗ ਗਿਆ, ਕਿਤੇ ਤੱਤੇ ਦਾ ਥੱਥਾ ਬਣ ਗਿਆ, ਥੱਥੇ ਦਾ ਬੱਬਾ ਬਣ ਗਿਆ, ਤੱਤੇ ਤੋਂ ਊੜੇ ਬਣ ਗਏ। ਬਹੁਤ ਕੁਛ ਐਸਾ ਹੋਇਆ ਗੁਰਬਾਣੀ 'ਚ। ਉਹਦੀ ਗੱਲ ਪਾਤਸ਼ਾਹ ਨੇ ਕੀਤੀ ਵੀ ਤੁਸੀਂ ਇਸ ਚੀਜ਼ ਦੀ ਵਿਚਾਰ ਰੱਖਿਓ, ਪਰ ਹੁਣ ਉਹਦੀ ਵਿਚਾਰ ਉਹ ਕਰ ਸਕਦਾ ਜਿਹਦੇ ਕੋਲ ਬਾਣੀ ਹੈ, ਕੁਛ ਜਿਹਨੂੰ ਸੋਝੀ ਆ ਰਹੀ ਹੈ ਉੱਧਰੋਂ, ਉਹੀ ਕਰੂਗਾ, ਦੂਜਾ ਤਾਂ ਕਰ ਨਹੀਂ ਸਕਦਾ। ਤਾਂ ਉੱਥੇ 10ਵੇਂ ਪਾਤਸ਼ਾਹ ਨੇ ਭੂਲ ਭਰੀ ਲਹੋ ਲਿਹੋ ਸੁਧਾਰਾ, ਵੀ ਜੇ ਕੋਈ ਇਹਨਾਂ ਅੱਖਰਾਂ 'ਚ ਲਿਖਣ ਤੇ ਮਾੜੀ ਮੋਟੀ ਗੱਲ ਹੋ ਗਈ ਉਹਨੂੰ ਭਾਈ ਤੁਸੀਂ ਸੁਧਾਰ ਲਿਓ, ਪਰ ਜੋ ਸੱਚ ਅਸੀਂ ਕਿਹਾ ਹੋਇਆ ਉਹਦੀ ਅਸੀਂ ਮਾਫੀ ਨਹੀਂ ਮੰਗਦੇ। ਅੱਖਰਾਂ ਦੇ ਵਿੱਚ ਅੱਗੇ ਪਿੱਛੇ ਹੋ ਜਾਂਦਾ, ਹੁੰਦਾ ਰਹਿੰਦਾ, ਅੱਖਰ ਬਦਲ ਜਾਂਦੇ। ਸੋ
ਸੋ ਸੁਣਿਆ ਜੋਗ ਜੁਗਤ ਤਨ ਭੇਦ, ਜਿਹੜੀ ਦਾਲ ਹੈ ਉਹਦੀ ਭੇਦ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਸਾਬਤ ਬੀਜ ਹੋ ਜਾਂਦਾ ਹੈ, ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ, ਫਿਰ ਇਹਦੇ ਵਿੱਚੋਂ ਹੁਕਮ ਪ੍ਰਗਟ ਹੁੰਦਾ ਹੈ। ਉਹੀ ਜਿਹੜਾ ਹੁਕਮ ਹੈ ਉਹੀ ਜਨਮ ਪਦਾਰਥ ਹੈ, ਉਹੀ ਧੁਰ ਕੀ ਬਾਣੀ ਹੈ, ਉਹੀ ਸਾਨੂੰ ਸੱਚਖੰਡ ਵਿੱਚ ਲੈ ਕੇ ਜਾਂਦੀ ਹੈ। ਤੇ ਅਸਲ ਤਨ ਦਾ ਭੇਦ ਪਤਾ ਲੱਗ ਜਾਂਦਾ ਹੈ ਵੀ ਅਸਲੀ ਤਨ ਕਿਹੜਾ ਹੈ। ਹੁਣ ਅਸੀਂ ਤਾਂ ਇਹਨੂੰ ਹੀ ਤਨ ਸਮਝਦੇ ਹਾਂ, ਬਾਹਰਲੇ ਤਨ ਨੂੰ ਹੀ ਅਸੀਂ ਤਨ ਸਮਝਦੇ ਹਾਂ, ਇਹ ਤਾਂ ਮਾਇਆ ਦਾ ਹੈ। ਤੇ ਬਾਹਰਲੇ ਤਨ ਦੇ ਨਾਲ ਹੀ ਅਸੀਂ ਫਿਰ ਜੋ ਵੀ ਕੁਝ ਅੱਜ ਸੰਸਾਰੀ ਧਾਰਮਿਕ ਕੰਮ ਕਰਨ ਲੱਗੇ, ਕਰਨਾ ਸੀ ਅੰਦਰਲੇ ਤਨ ਨਾਲ। ਜਪਿਆ ਜਾਂਦਾ ਹਿਰਦੇ ਦੇ ਨਾਲ, ਬੋਲਿਆ ਜਾਂਦਾ ਜੀਭ ਦੇ ਨਾਲ। ਅਸੀਂ ਬੋਲਣ, ਜੀਭ ਨਾਲ ਬੋਲਣ ਨੂੰ ਜਪਣਾ ਮੰਨ ਲਿਆ, ਅੰਦਰ ਸਾਡੇ ਜੋ ਕੁਝ ਚੱਲਦਾ ਉਹ ਅਸੀਂ ਭੁੱਲੇ ਹੋਏ, ਜਦ ਕਿ ਉਹ ਚੀਜ਼ ਜ਼ਰੂਰੀ ਸੀ। ਸੋ ਸੁਣਿਆ ਜੋਗ ਜੁਗਤ ਤਨਿ ਭੇਦ, ਹੇ ਮੇਰੇ ਮਨਾ, ਇਹ ਗੱਲ ਗੁਰਬਾਣੀ ਤੋਂ ਵੀ ਤੂੰ ਵੀ ਸੁਣ। ਜੋਗ ਕਰ, ਆਤਮਾ ਪ੍ਰਾਤਮਾ ਇੱਕ ਕਰ, ਇਹ ਜੁਗਤੀ ਗੁਰਬਾਣੀ 'ਚ ਦੱਸੀ ਹੋਈ ਹੈ। ਤਨਿ ਭੇਦ, ਜਦੋਂ ਤੂੰ ਇੱਕ ਹੋ ਜਾਏਗਾ, ਤੇਰੇ ਤਨ ਦੇ ਅੰਦਰ, ਤੇਰੇ ਹਿਰਦੇ ਦੇ ਅੰਦਰ ਕੀ ਕੀ ਕੁਛ ਵਾਪਰਦਾ ਉਹਦਾ ਭੇਦ ਵੀ ਤੈਨੂੰ ਪਤਾ ਲੱਗ ਜੂਗਾ। ਸੁਣਿਆ ਸਾਸਤ ਸਿਮਰਤ ਵੇਦ, ਸੁਣਿਆ ਜੋਗ ਜੁਗ ਤਨ ਭੇਦ ਦੀ ਗੱਲ ਥੋੜ੍ਹੀ ਜਿਹੀ ਆਪਾਂ ਗੁਰਬਾਣੀ ਚੋਂ ਦੇਖੀਏ। ਅੰਗ 496 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਮਿੱਤਰ ਸਤਰ ਸਭ ਏਕ ਸਮਾਨੇ, ਜੋਗ ਜੁਗਤ ਨਿਸ਼ਾਨੀ। ਆਹ ਹੈ ਜੀ ਭੇਦ, ਜਿਹੜਾ ਹਿਰਦੇ ਦਾ ਭੇਦ ਹੈ। ਉੱਥੇ ਕੀ ਹੈ? ਮਿੱਤਰ ਸਤਰ ਸਭ ਏਕ ਸਮਾਨੇ। ਹੁਣ ਬਾਹਰੀ ਤੌਰ ਤੇ ਕੀ ਹੈ? ਜਿਹੜੇ ਬਾਹਰੀ ਜੋਗ ਕਮਾਉਂਦੇ ਆ, ਜਿਹੜੇ ਜੋਗੀ ਨੇ, ਉਹਨਾਂ ਲਈ ਤਾਂ ਬ੍ਰਾਹਮਣ ਚੰਗਾ ਨਹੀਂ। ਜੋਗੀਆਂ ਤਾਂ ਜੇ ਕੋਈ ਭਿੱਖਿਆ ਨਾ ਪਾਵੇ, ਜੋਗੀ ਤਾਂ ਜਦੇ ਗੁੱਸੇ ਹੋ ਜਾਂਦੇ ਸੀ। ਫਿਰ ਉਹ ਜੋਗੀ ਕਾਹਦਾ ਹੋਇਆ? ਉਹ ਮਿੱਤਰ ਤੇ ਸ਼ਤਰੂ ਨੂੰ ਇੱਕੋ ਹੀ ਸਮਾਨ ਸਮਝੇ। ਇਹ ਤਾਂ ਬਹੁਤ ਔਖੀ ਗੱਲ ਹੈ, ਸੰਸਾਰੀਆਂ ਲਈ ਬਹੁਤ ਔਖੀ ਗੱਲ ਹੈ, ਪਰ ਜਿਹਦੇ ਅੰਦਰ ਬਰਕਤ ਹੈ ਉਹਦੇ ਲਈ ਬਹੁਤ ਸੌਖੀ ਗੱਲ ਹੈ। ਮਿੱਤਰ ਸਤਰ ਸਭ ਏਕ ਸਮਾਨੇ, ਕਿਉਂਕਿ ਉਹਨੇ ਜੋਤ ਦੇਖਣੀ, ਉਹਨੇ ਜਾਤ ਨਹੀਂ ਦੇਖਣੀ। ਜੋਗ ਜੁਗਤ ਦੀ ਨਿਸ਼ਾਨੀ, ਕਹਿੰਦੇ ਆਹ ਨਿਸ਼ਾਨੀ ਹੈ ਜੋਗ ਹੋਣ ਦੀ। ਸਿਰਫ ਜੋਗ ਹੋਣ ਤੇ ਹੀ ਇਹ ਚੀਜ਼ ਕਰਨੀ ਪੈਂਦੀ ਹੈ, ਇਹ ਨਿਸ਼ਾਨੀ ਆ। ਇਹ ਮੇਰੇ ਮਨਾ, ਹੁਣ ਤੂੰ ਆਪਣੇ ਅੰਦਰ ਝਾਤੀ ਮਾਰ, ਜਾਂ ਬਾਹਰ ਜਿਹੜਾ ਕੋਈ ਦਾਅਵਾ ਕਰਦਾ ਉਹਦੇ ਅੰਦਰ ਵੀ ਝਾਤੀ ਮਾਰ ਲੈ ਕਿ ਉਹਦੇ ਕੋਲ ਆਹ ਚੀਜ਼ ਹੈਗੀ। ਜੇ ਤਾਂ ਉਹਦੇ ਕੋਲ ਇਹ ਚੀਜ਼ ਹੈਗੀ ਹੈ ਤਾਂ ਸਮਝ ਲਾ ਉਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੈ। ਜੇ ਉਹ ਮਿੱਤਰ ਸੱਤਰ ਇੱਕ ਨਹੀਂ ਸਮਝਦਾ, ਕਿਸੇ ਨੂੰ ਕੁਝ ਹੋਰ ਕਹਿੰਦਾ, ਕਿਸੇ ਨੂੰ ਕੁਝ ਹੋਰ ਕਹਿੰਦਾ, ਆਪਸ ਵਿੱਚ ਝਗੜਾ ਪਵਾਈ ਰੱਖਦਾ, ਫਿਰ ਉਹ ਦਰਗਾਹ ਤੋਂ ਪ੍ਰਵਾਨਿਤ ਨਹੀਂ ਹੈ। ਹਾਂ, ਮੰਨੀ ਭਾਵੇਂ ਜਿਵੇਂ ਮਰਜੀ ਜਾਵੇ, ਪਰ ਸੱਚੇ ਦੀ ਦਰਗਾਹ ਦੇ ਵਿੱਚ ਬਹੁਤ ਵੱਡਾ ਦੋਸ਼ੀ ਹੈ। ਉਹ ਕੀਟਾਂ ਹੀ ਅੰਦਰ ਕੀਟ ਕਰਨ ਵਾਲੀ ਗੱਲ ਹੈ। ਅੰਗ 908 ਦੇ ਉੱਪਰ ਪਾਤਸ਼ਾਹ ਕਹਿੰਦੇ, ਸ਼ਬਦੀ ਮਰੈ ਮਨ ਮਾਰੇ, ਔਦੂ ਜੋਗ ਜੁਗਤੀ ਵਿਚਾਰੀ, ਸਹਿਸਾ ਟੂਟੈ ਨਿਰਮਲ ਹੋਵੈ, ਜੋਗ ਜੁਗਤ ਇਵ ਪਾਏ। ਕਹਿੰਦੇ ਸ਼ਬਦੀ ਮਰੈ, ਉਪਦੇਸ਼ ਲੈ ਪਹਿਲਾਂ, ਕਹਿੰਦਾ ਉਪਦੇਸ਼ ਲੈ ਕੇ ਪਹਿਲਾਂ ਆਪਣੀ ਇੱਛਾ ਛੱਡ। ਹੁਣ ਜਦੋਂ ਗੁਰਬਾਣੀ ਕਹਿੰਦੀ ਵੀ ਆਹ ਕੰਮ ਨਹੀਂ ਕਰਨੇ, ਬਸ ਨਹੀਂ ਕਰਨੇ, ਕਿਉਂ ਨਹੀਂ ਕਰਨੇ, ਕਾਹਦੇ ਨਹੀਂ ਕਰਨੇ, ਇਹ ਗੱਲ ਦਾ ਕੋਈ ਸਵਾਲ ਨਹੀਂ ਹੈ। ਬਸ ਗੁਰਬਾਣੀ ਨੇ ਕਹਿੰਦਾ ਕੰਮ ਨਹੀਂ ਕਰਨਾ ਤਾਂ ਨਹੀਂ ਕਰਨਾ, ਇਹਦੀ ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ, ਕੋਈ ਧਿਆਨ ਨਹੀਂ, ਕੋਈ ਗਿਆਨ ਦੀ ਲੋੜ। ਦੱਸੋ ਗੁਰਬਾਣੀ ਨੇ ਇਹ ਗੱਲ ਕਹਿਤੀ ਵੀ ਝੂਠ ਨਾ ਬੋਲੋ, ਦੱਸੋ ਇਹਦੇ ਕਿਹੜਾ ਸਿਮਰਨ ਕਰਨ ਦੀ ਲੋੜ ਹੈ, ਕਿਹੜੇ ਜਪ ਤਪ ਕਰਨ ਦੀ ਲੋੜ ਹੈ, ਕਿਹੜੀ ਬੰਦਗੀ ਕਰਨ ਦੀ ਲੋੜ ਹੈ, ਕਿੱਥੇ ਧਿਆਨ ਲਾਉਣ ਦੀ ਲੋੜ ਹੈ? ਇੱਕੋ ਗੱਲ ਮੰਨ ਲਓ, ਇਹ 'ਚ ਸਾਰਾ ਕੁਛ ਹੀ ਹੈ। ਇਹ ਚੀਜ਼ ਗਿਆਨ ਹੈ, ਇਹ ਚੀਜ਼ ਧਿਆਨ ਹੈ, ਇਹੀ ਜਪ ਹੈ, ਇਹੀ ਤਪ ਹੈ, ਇਹੀ ਭਗਤੀ ਹੈ, ਇਹੀ ਸਿਮਰਨ ਹੈ, ਇਹੀ ਬੰਦਗੀ ਹੈ, ਇਹੀ ਦਰਗਾਹ ਹੈ। ਸੱਚ ਬੋਲੋ, ਹੋਰ ਕੁਛ ਨਹੀਂ ਕਰਨ ਦੀ ਲੋੜ। ਗੁਰਬਾਣੀ ਨੇ ਸਿੱਧਾ ਇੱਕ ਵਚਨ ਕਹਿਦਾ, ਕਹਿੰਦੇ ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ। ਦੱਸ ਮਨਾ, ਹੁਣ ਇਹਦੇ ਲਈ ਕੀ ਕਰਨ ਦੀ ਲੋੜ? ਪਰ ਇਹੀ ਕਰਨਾ ਬਹੁਤ ਔਖਾ ਹੈ। ਮਨ ਕਹਿੰਦਾ ਇਹ ਕੰਮ ਨਹੀਂ ਕਰਨਾ, ਬਾਕੀ ਜਪ ਤਪ ਮੈਂ ਵਾਧੂ ਕਰ ਲੂੰਗਾ, 5 ਮਿੰਟਾਂ ਦੇ 1.5 ਮਿੰਟ 'ਚ ਜਪਜੀ ਸਾਹਿਬ ਦਾ ਪਾਠ ਕਰ ਦੂੰ, 1 ਸਕਿੰਟ 'ਚ ਮਾਲਾ ਫੇਰ ਦੂੰ। ਉਹ ਕਹਿੰਦਾ ਫੇਰ ਹੀ ਚੱਲ, ਇਹ ਸਰੀਰ ਕਰਦਾ, ਸਰੀਰ ਨਾ ਕੀਤਾ ਸਰੀਰ ਕੋਲ ਹੀ ਰਹਿ ਜਾਣਾ, ਅੱਗੇ ਨਹੀਂ ਜਾਣਾ। ਇਹ ਜਿਹੜੀ ਮਾਲਾ ਫੇਰਦਾ ਅੱਗੇ ਨਹੀਂ ਜਾਣੀ। ਜਿਹੜੀ ਅੱਗੇ ਜਾਣ ਵਾਲੀ ਮਾਲਾ ਉਹ ਵੀ ਗੁਰਬਾਣੀ 'ਚ ਦੱਸੀ ਹੋਈ ਹੈ ਕਿ ਉਹ ਮਾਲਾ ਕਿਹੜੀ ਹੈ ਜਿਹੜੀ ਨਾਲ ਜਾਂਦੀ ਹੈ। ਆਹ ਤਾਂ ਮਾਲਾ ਤੁਹਾਡੀ ਇੱਥੇ ਰਹਿ ਜਾਣੀ ਹੈ,
ਉਹ ਕਿਹੜੀ ਗੁਰਬਾਣੀ ਹੈ ਜਿਹੜੀ ਨਾਲ ਲੈ ਕੇ ਜਾਂਦੀ ਹੈ? ਇਹ ਗੁਰਬਾਣੀ ਇੱਥੇ ਰਹਿ ਜਾਂਦੀ ਹੈ, ਉਹ ਨਾਲ ਕਿਹੜੀ ਜਾਂਦੀ ਹੈ? ਉਹ ਸਾਰਾ ਕੁਝ ਇਹ ਮੇਰੇ ਮਨਾ ਤੈਨੂੰ ਦੱਸਿਆ, ਪਰ ਤੂੰ ਜਾਣ ਕੇ ਨਹੀਂ ਮੰਨਦਾ। ਉਹਨੂੰ ਮੰਨਣ ਲਈ ਤਕਲੀਫ ਹੈ ਤੈਨੂੰ। ਗੁਰਬਾਣੀ ਪੜ੍ਹਨ ਦੀ ਕੋਈ ਤਕਲੀਫ ਨਹੀਂ ਹੈ, ਗੁਰਬਾਣੀ ਯਾਦ ਕਰਨ ਦੀ ਕੋਈ ਤਕਲੀਫ ਨਹੀਂ ਹੈ, ਪਰ ਗੁਰਬਾਣੀ ਮੰਨਣ ਤੋਂ ਤੂੰ ਤਕਲੀਫ ਮੰਨਦਾ। ਕਿਉਂਕਿ ਜਦੋਂ ਗੁਰਬਾਣੀ ਮੰਨਣੀ ਪੈਂਦੀ ਹੈ ਤਾਂ ਮਨ ਨੂੰ ਸਾਰਾ ਕੁਝ ਛੱਡਣਾ ਪੈਂਦਾ। ਉਹ ਕਹਿੰਦਾ ਛੱਡ, ਮਨ ਕਹਿੰਦਾ ਛੱਡ ਨਹੀਂ ਸਕਦਾ। ਹੇ ਮੇਰੇ ਮਨਾ, ਜੇ ਤੂੰ ਗੁਰਬਾਣੀ ਮੰਨ ਨਾ ਸਕਦਾ ਫਿਰ ਤੈਨੂੰ ਕਿਸੇ ਨੇ ਨਹੀਂ ਪੁੱਛਣਾ, ਚਾਹੇ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲਈ। ਤੂੰ ਸਾਰਾ ਗੁਰੂ ਗ੍ਰੰਥ ਸਾਹਿਬ ਮੂੰਹ ਜਵਾਨੀ ਚੇਤੇ ਕਰ ਲੈ। ਤੂੰ ਰੋਜ਼ ਇੱਥੋਂ ਤੱਕ ਅਭਿਆਸ ਕਰ ਲੈ ਕਿ ਤੂੰ ਹਰ ਰੋਜ਼ ਅਖੰਡ ਪਾਠ ਕਰ ਦੇਵੇਂ, ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਦੇਵੇਂ, ਤੈਨੂੰ ਦਰਗਾਹ 'ਚ ਨਹੀਂ ਪੁੱਛਣਾ ਕਿਸੇ ਨੇ। ਤੂੰ ਸਾਰੀ ਜ਼ਿੰਦਗੀ ਜਿੰਨਾ ਤੇਰੇ ਕੋਲ ਸਮਾਂ, ਤੂੰ ਇੱਕ ਵਾਰੀ ਹੀ ਮੂਲ ਮੰਤਰ ਪੜ੍ਹ, ਇੱਕ ਵਾਰੀ ਇੱਕ ਓਂਕਾਰ ਪੜ੍ਹ, ਪਰ ਇਹਦੀ ਗੱਲ ਮੰਨ ਲੈ, ਤੈਨੂੰ ਲੋੜ ਹੀ ਨਹੀਂ ਕਾਸੇ ਦੀ। ਗੁਰਬਾਣੀ ਨੇ ਸਿੱਧਾ ਲਿਖਿਆ, ਗੁਰ ਕਿਹਾ ਸਾਕਾਰ ਕਮਾਓ। ਕਹਿੰਦੇ ਜੋ ਮੈਂ ਕਿਹਾ ਮੰਨ ਲਓ, ਬਸ ਤੁਹਾਡੇ ਮੰਨਣ 'ਚ ਹੀ ਸਾਰਾ ਕੁਝ ਹੈ। ਪਰ ਜੇ ਤੁਸੀਂ ਮੇਰੀ ਗੱਲ ਮੰਨਣੀ ਹੋਈ ਨਹੀਂ, ਫਿਰ ਤੁਸੀਂ ਚਾਹੇ ਜਿੰਨਾ ਕੋ ਮਰਜ਼ੀ ਕਰੀ ਚਲੋ, ਮੇਰੀ ਕੋਈ ਜ਼ਿੰਮੇਵਾਰੀ ਨਹੀਂ। ਜਿੰਨੇ ਲੱਗੇ ਤਿਸ ਸਿਰ ਨਾਹੇ, ਕਹਿੰਦੇ ਮੈਂ ਅੱਖਰ ਲਿਖੇ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਮੇਰੀ ਜ਼ਿੰਮੇਵਾਰੀ ਕੋਈ ਨਹੀਂ। ਜਿਹਨੇ ਲਿਖੇ ਤਿਸ ਸਿਰ ਨਾਹੇ, ਜੇ ਫਰਮਾਏ ਤਿਵੈ ਤਿਵ ਪਾਏ। ਕਹਿੰਦੇ ਜਿਵੇਂ ਮੈਨੂੰ ਉਹਨੇ ਫਰਮਾਤੇ ਵੀ ਆਹ ਅੱਖਰ ਲਿਖਦੇ, ਮੈਂ ਤਾਂ ਉਵੇਂ ਲਿਖਦੇ। ਅੱਖਰ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਮਰਜ਼ੀ ਨਾਲ ਨਹੀਂ ਲਿਖਿਆ, ਅੱਖਰ ਵੀ ਉਹਨੂੰ ਪੁੱਛ ਕੇ ਲਿਖਿਆ ਵੀ ਆਹ ਲਿਖਾਂ ਜਾਂ ਨਾ ਲਿਖਾਂ। ਜਿੱਥੇ ਉਹਨੇ ਕਿਹਾ ਬਾਵਾ ਲਿਖਣਾ, ਬਾਵਾ ਹੀ ਲਿਖਿਆ। ਜਿੱਥੇ ਲਿਖਿਆ ਬੱਬਾ ਲਿਖੋ ਤੇ ਬੱਬਾ ਹੀ ਲਿਖਿਆ। ਜਿੱਥੇ ਔਂਕੜ ਪਾਉਣ ਨੂੰ ਕਿਹਾ ਉੱਥੇ ਔਂਕੜੀ ਪਾਈ ਹੈ, ਜਿੱਥੇ ਦਲੈਂਕੜ ਪਾਉਣ ਨੂੰ ਕਿਹਾ ਦਲੈਂਕੜੀ ਪਾਈਆਂ ਨੇ। ਆਪਣੀ ਮਰਜ਼ੀ ਨਹੀਂ ਕੀਤੀ, ਤਾਂ ਜਾ ਕੇ ਦਰਗਾਹ 'ਚ ਪ੍ਰਮਾਣਿਤ ਹੈ। ਅੱਜ ਤਾਂ ਅਸੀਂ ਗੁਰਬਾਣੀ ਜਿਹੜੇ ਪੜ੍ਹਦੇ ਹਾਂ, ਅਸੀਂ ਤਾਂ ਪਤਾ ਨਹੀਂ ਕੀ ਕੁਛ ਕਰ ਲਿਆ। ਅਸੀਂ ਤਾਂ ਕਹਿੰਦੇ ਜਪ ਜੀ ਸਾਹਿਬ, ਗੁਰਬਾਣੀ 'ਚ ਦਿਖਾਓ ਕਿੱਥੇ ਲਿਖਿਆ ਜਪ ਜੀ ਸਾਹਿਬ। ਇਹਦੀ ਅਸੀਂ ਸਤਿਕਾਰ ਕਰਦੇ ਹਾਂ। ਸਤਿਕਾਰ ਤੁਸੀਂ ਆਪਣੀ ਮੱਤ ਨਾਲ ਕਰਦੇ ਹੋ। ਪਰਮੇਸ਼ਰ ਨੂੰ ਚੈਲੰਜ ਹੈ ਇਹ ਸਿੱਧਾ ਸਾਡਾ, ਪਾਤਸ਼ਾਹੀਆਂ ਨੂੰ ਚੈਲੰਜ ਹੈ ਵੀ ਤੁਹਾਨੂੰ ਸਤਿਕਾਰ ਦਾ ਨਹੀਂ ਸੀ ਪਤਾ, ਅਸੀਂ ਦੱਸਿਆ ਵੀ ਇਹਦੇ ਨਾਲ ਜੀ ਲਾਈਦਾ। ਸੁਖਮਨੀ ਸਾਹਿਬ ਕਿੱਥੇ ਲੈ? ਸਾਹਿਬ ਚੇਤਨ ਨੂੰ ਕਹਿੰਦੇ ਆ, ਚੇਤਨ ਸਾਡਾ ਮੂਲ ਹੈ, ਸਾਹਿਬ ਸਾਡਾ ਮੂਲ ਹੈ। ਸਾਡੇ ਮੂਲ ਨੂੰ ਤਕਲੀਫ ਹੈ ਕੋਈ, ਉਹਨੂੰ ਤਕਲੀਫ ਦੇਣ ਵਾਸਤੇ, ਸੁੱਖ ਦੇਣ ਵਾਸਤੇ ਮਨ ਦੇ ਅੰਦਰ ਜਿਹੜਾ ਸਾਡਾ ਮੂਲ, ਉਹਨੂੰ ਸੁੱਖ ਦੇਣ ਵਾਸਤੇ ਗੁਰਬਾਣੀ ਦੇ ਵਿੱਚ ਕੋਈ ਗੱਲ ਦੱਸੀ ਵੀ ਭਾਈ ਤੈਨੂੰ ਆਹ ਬਿਮਾਰੀ ਹੈ, ਇਹਦੀ ਆਹ ਦਵਾਈ ਹੈ। ਇਹ ਹੈ ਸੁਖਮਨੀ। ਸੁਖਮਨੀ ਗੌੜੀ, ਸੁਖਮਨੀ ਗੌੜੀ ਹੁੰਦਾ ਕਿਸੇ ਗੱਲ ਨੂੰ ਬਹੁਤ ਗੌਰ ਨਾਲ ਦੇਖਣਾ। ਆਪਾਂ ਕਹਿੰਦੇ ਦੇਖ ਤੈਨੂੰ ਸ਼ੂਗਰ ਬਹੁਤ ਜ਼ਿਆਦਾ, ਧਿਆਨ ਰੱਖੀ ਮਿੱਠਾ ਜਮਾ ਹੀ ਨਹੀਂ ਖਾਣਾ, ਆਹ ਦਵਾਈ ਟਾਈਮ ਸਿਰ ਖਾਣੀ। ਇਸੇ ਤਰ੍ਹਾਂ ਸਾਨੂੰ ਸੱਚਖੰਡ ਵਾਲੇ ਨੇ ਕਿਹਾ ਵੀ ਤੇਰੇ ਅੰਦਰ ਹਉਮੈ ਬਹੁਤ ਹੈ, ਤੇਰੇ ਅੰਦਰ ਬਹੁਤ ਜ਼ਿਆਦਾ ਹੰਕਾਰ ਹੈ। ਗੌੜੀ ਸਾਡੀ ਗੱਲ ਪੂਰੀ ਧਿਆਨ ਹੈ। ਸੁੱਖ ਤੈਨੂੰ ਤਾਂ ਸੁੱਖ ਮਿਲਣਾ ਮਨ ਦੇ ਅੰਦਰ, ਇਹ ਹੈ ਸੁਖਮਨੀ। ਪਰ ਸਾਡੇ ਕੀ ਕਹਿੰਦੇ ਸੁੱਖਾਂ ਦੀ ਮਣੀ, ਉਹ ਮਨੀ ਨੂੰ ਮਣੀ ਬਣਾਤਾ। ਮਣੀ ਤਾਂ ਜ਼ਹਿਰ ਹੁੰਦੀ ਹੈ, ਸੁੱਖ ਮਨੀ ਬਹੁਵਚਨ ਹੈ, ਮਨਾਂ ਦੇ ਅੰਦਰ ਸੁੱਖ ਦੇਣ ਵਾਲੀ। ਸੁਖਮਨੀ ਸੁੱਖ ਅੰਮ੍ਰਿਤ ਪ੍ਰਭ ਕਾ, ਆ ਲਿਖਿਆ ਤਾਂ ਹੈ ਨਾਲ ਸਾਰਾ ਕੁਝ। ਹਰੇਕ ਨਾਲ ਅਸੀਂ ਆਪਣੀ ਮਰਜ਼ੀ ਨਾਲ ਸਾਹਿਬ ਲਾਉਣਾ ਸ਼ੁਰੂ ਕਰਤਾ, ਪਰ ਜਦੋਂ ਆਸਾ ਦੀ ਵਾਰ ਆਉਂਦੀ ਉੱਥੇ ਨਹੀਂ ਸਾਹਿਬ ਲਾਉਂਦੇ। ਫਿਰ ਆਸਾ ਦੀ ਵਾਰ ਸਾਹਿਬ ਉੱਥੇ ਤਾਂ ਲਾਇਆ ਨਹੀਂ। ਸਿੱਧ ਗੋਸ਼ਟ ਸਾਹਿਬ ਉੱਥੇ ਜਦੋਂ ਫਿਰ ਲਿਖਿਆ, ਉੱਥੇ ਸਿੱਧਾ ਹੀ ਸਿੱਧ ਗੋਸ਼ਟ ਆਸਾ ਦੀ ਵਾਰ। ਹੇ ਮੇਰੇ ਮਨਾ, ਤੂੰ ਐਸੀਆਂ ਗਲਤੀਆਂ 'ਚ ਨਾ ਪੈ ਜੀ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਕਪਟ ਹੈ ਨਾ ਕਰੀ ਤੂੰ ਐਸਾ। ਅੰਤ ਨਵੇਰਾ ਤੇਰੇ ਜੀ ਪੈ ਲਈ। ਜੇ ਉਹਨਾਂ ਨੇ ਤੈਨੂੰ ਪੁੱਛਣਾ ਵੀ ਜਿਹੜਾ ਕੁਝ ਅਸੀਂ ਲਿਖ ਕੇ ਆਏ ਸੀ, ਇਹਦੇ ਉੱਪਰ ਤੂੰ ਕਿਉਂ ਲਿਖੀ ਇਹ ਗੱਲ? ਅਸੀਂ ਕੋਈ ਆਪਣੇ ਵੱਲੋਂ ਸਾਈਨ ਕਰਕੇ ਚੀਜ਼ ਦੇ ਦਈਏ ਕਿਸੇ ਨੂੰ ਵੀ ਆਹ ਲੈ, ਕੋਈ ਬੰਦਾ ਉਹਦੇ 'ਚ ਆਪਣੀ ਗੱਲ ਲਿਖ ਲਵੇ, ਅਸੀਂ ਕਹਿੰਦੇ ਵੀ ਤੂੰ ਕਿਉਂ ਲਿਖਿਆ ਬਈ? ਮੇਰੀ ਚੀਜ਼ ਲਿਖੀ ਉਹਦੇ ਉੱਪਰ ਤੂੰ ਆਪਣੀ ਗੱਲ ਕਿਵੇਂ ਲਿਖਤੀ? ਪਰ ਹੇ ਮੇਰੇ ਮਨਾ, ਗੁਰਬਾਣੀ ਤੇ ਤਾਂ ਹੋ ਗਿਆ। ਅਸੀਂ ਤਾਂ ਗੁਰੂ ਨਾਲ ਵੀ ਵੱਧ ਕੇ ਸਿਆਣਪ ਵਰਤ ਲਈ। ਬਹੁਤ ਸਿਆਣਪ ਜਮ ਕਾ ਭਾਉ ਵਿਆਪੈ, ਤਾਂ ਹੀ ਤਾਂ ਭਰਮ 'ਚ ਨੇ ਇਹ।
ਤਾਂ ਹੀ ਨਹੀਂ ਭਰਮ ਚੋਂ ਨਿਕਲਦੇ। ਨਵਾਂ ਹੀ ਸ਼ਬਦ ਕਰ ਲਿਆ, ਕੀਰਤਨ ਸੋਹਿਲਾ। ਦਿਖਾਓ ਉੱਥੇ ਕਿੱਥੇ ਲਿਖਿਆ? ਉੱਥੇ ਸੋਹਿਲਾ ਲਿਖਿਆ ਹੋਇਆ ਯਾਰ, ਕੀਰਤਨ ਸ਼ਬਦ ਉਹਦੇ ਨਾਲ ਕਿਵੇਂ ਲੱਗ ਗਿਆ? ਇਹ ਭੇਦ ਸੀ। ਇਹ ਤਨ ਚੋਂ ਭੇਦਾਂ ਦਾ ਪਤਾ ਲੱਗਦਾ ਜਦੋਂ ਹਿਰਦੇ 'ਚ ਜਾਂਦੀ ਹੈ, ਜਦੋਂ ਆਤਮਾ ਪ੍ਰਾਤਮਾ ਇੱਕ ਹੁੰਦੀਆਂ ਨੇ, ਫੇਰ ਭੇਦ ਨਿਕਲਦੇ ਆ ਵੀ ਅਸਲੀਅਤ ਤਾਂ ਆ ਏ, ਆਹ ਅਸਲੀਅਤ ਨਹੀਂ ਹੈ, ਇਹ ਤਾਂ ਭਰਮ ਹੈ ਸਾਰਾ ਖੜਾ ਕੀਤਾ ਹੋਇਆ। ਔਰ ਇਸੇ ਭਰਮ ਨੂੰ ਖੜੇ ਕੀਤੇ ਨੂੰ ਦੇਖ ਕੇ ਜਦੋਂ ਗੁਰਮੁਖ ਢਾਹ ਦਿੰਦਾ ਹੈ, ਫਿਰ ਉਹਨੂੰ ਸੁੱਖ ਦਾ ਸਾਹ ਆਉਂਦਾ, ਕਿਉਂਕਿ ਫਿਰ ਉਹਨੂੰ ਸੱਚਖੰਡ ਦਿੰਦਾ ਹੈ। ਪਰ ਜਿਹੜਾ ਢਾਉਂਦਾ ਨਹੀਂ, ਉਹ ਉਸੇ ਨੂੰ ਸੁੱਖ ਸਮਝ ਕੇ ਚੱਲੀ ਜਾਂਦਾ। ਅਖੀਰ ਦੇ ਵਿੱਚ ਫਿਰ ਸੱਚਖੰਡ ਵਾਲੇ ਢਾਉਂਦੇ ਆ, ਫਿਰ ਜਦੋਂ ਸੱਚਖੰਡ ਵਾਲੇ ਢਾਉਂਦੇ ਆ, ਫਿਰ ਉਹਨੂੰ ਉਹਦੇ ਥੱਲੇ ਹੀ ਦੱਬ ਦਿੰਦੇ ਆ ਕਿ ਤੈਂ ਹੀ ਖੜਾ ਕੀਤਾ ਸੀ, ਤੈਨੂੰ ਇਹਦੇ ਥੱਲੇ ਹੀ ਦੱਬ ਦਿੰਦੇ ਆ, ਚੱਲ ਫਿਰ। ਸੋ ਪਾਤਸ਼ਾਹ ਕਹਿੰਦੇ ਸ਼ਬਦੀ ਮਰੈ ਮਨ ਮਾਰੈ। ਕਹਿੰਦੇ ਆਪ ਇਹ ਉਪਦੇਸ਼ ਲੈ ਗੁਰਬਾਣੀ ਦਾ, ਇਹਦੇ ਨਾਲ ਹੀ ਮਨ ਮਰਦਾ ਹੈ। ਔਦੂ ਜੋਗ ਜੁਗਤੀ ਵਿਚਾਰ ਹੈ। ਔਦੂ ਜੋਗੀਆਂ ਦਾ ਜਿਹੜਾ ਚੇਲਾ ਸੀ ਉਹਨੂੰ ਕਹਿੰਦੇ ਆ ਕਿ ਜੋਗ ਜੁਗਤੀ ਵਿਚਾਰ। ਕਦੇ ਇਹ ਜੋਗੀ, ਹੇ ਜੋਗ, ਹੇ ਔਦੂ, ਤੂੰ ਇਹ ਜੋਗ ਦੀ ਜੁਗਤੀ ਨੂੰ ਕਦੇ ਵਿਚਾਰਿਆ? ਵਿਚਾਰਨੀ ਤਾਂ ਆਹ ਜੁਗਤੀ ਸੀ, ਤੂੰ ਤਾਂ ਹੋਰ ਹੀ ਜੁਗਤੀਆਂ ਵਿਚਾਰਨ ਲੱਗ ਗਿਆ ਵੀ ਇੱਧਰ ਨੂੰ ਮੂੰਹ ਕਰਕੇ ਪੈਠ ਕਰਨਾ, ਚੌਂਕੜੀ ਮਾਰ ਕੇ ਕਰਨਾ, ਅਸ਼ਟਾਂਗ ਯੋਗ ਕਰਨਾ, ਪਦਮ ਆਸਣ ਕਰਨਾ। ਉਹ ਕਹਿੰਦੇ ਇਹ ਤਾਂ ਸਰੀਰ ਦੇ ਹੈ। ਪਹਿਲਾਂ ਜੀ ਸਰੀਰ ਨੂੰ ਸ਼ੁੱਧ ਕਰੋ, ਰੀੜ੍ਹ ਦੀ ਹੱਡੀ ਸਿੱਧੀ ਹੋਣੀ ਚਾਹੀਦੀ ਹੈ, ਸਵਾਸਾਂ 'ਚ ਧਿਆਨ ਰੱਖੋ, ਮੱਥੇ 'ਚ ਪ੍ਰਕਾਸ਼ ਦੇਖੋ। ਉਹ ਇਹ ਤਾਂ ਸਰੀਰ ਦੀਆਂ ਗੱਲਾਂ ਨੇ ਯਾਰ, ਇਹਨਾਂ ਦਾ ਤਾਂ ਯੋਗ, ਇਹਦਾ ਤਾਂ ਗੁਰਬਾਣੀ ਨਾਲ ਤਾਂ ਕੋਈ ਸੰਬੰਧ ਹੀ ਨਹੀਂ। ਗੁਰਬਾਣੀ ਨੇ ਜਦੋਂ ਇਹ ਗੱਲ ਸਿੱਧੀ ਕਹਿਤੀ ਕਿ ਰਾਮ ਰਤਨ ਤੋਂ ਪਾਈਆ ਪਹਿਲੇ ਤਾਂ ਜੈ ਸਰੀਰ, ਪਹਿਲਾਂ ਸਰੀਰ ਛੱਡ, ਕਹਿੰਦੇ ਤੂੰ ਤਾਂ ਬਾਹਰਲੇ ਸਰੀਰ ਤੇ ਖੜਾ ਹੈ, ਫਿਰ ਤੈਨੂੰ ਰਾਮ ਰਤਨ ਦਾ ਪਤਾ ਲੱਗਣਾ। ਰਾਮ ਕੀ ਹੈ? ਸਾਡਾ ਮੂਲ। ਰਤਨ ਕੀ ਹੈ? ਉਹਦਾ ਸੁਗਿਆਨ। ਤੇ ਗੁਰਬਾਣੀ 'ਚ ਰਤਨ ਹੀ ਹੈ, ਮੱਤ ਵਿੱਚ ਰਤਨ ਕੀ ਹੈ? ਜੋ ਸਾਡੀ ਮੱਤ ਦੇ ਅੰਦਰ ਰਤਨ ਪਿਆ, ਗਿਆਨ ਪਿਆ, ਉਹੀ ਗੁਰਬਾਣੀ ਸਾਨੂੰ ਦਿੱਤਾ ਹੋਇਆ। ਪਰ ਅਸੀਂ ਇਹਨੂੰ ਗਿਆਨ ਮੰਨਦੇ ਨਹੀਂ, ਅਸੀਂ ਇਹਨੂੰ ਮੰਨ ਕੁਛ ਹੋਰ ਲੱਗਣ ਲੱਗ ਗਏ। ਜਦੋਂ ਅਸੀਂ ਹੋਰ ਕੁਛ ਮੰਨਣ ਲੱਗ ਗਏ, ਫਿਰ ਅਸੀਂ ਚੀਜ਼ ਤੋਂ ਰਹਿ ਗਏ। ਅਸੀਂ ਜਿਵੇਂ ਇੱਕ ਸਾਡੇ ਆਮ ਵੀ ਹੁੰਦਾ, ਸਾਡੇ ਕਈ ਪਿਓ ਨੂੰ ਚਾਚਾ ਹੀ ਕਹੀ ਜਾਂਦੇ ਆ, ਉਹ ਰੀਸ ਨਾਲ ਚਾਚਾ ਕਹਿਣ ਲੱਗ ਜਾਂਦੇ। ਉਹ ਹੈ ਤਾਂ ਪਿਓ ਹੀ, ਪਰ ਉਹਨੂੰ ਜਿੰਨਾ ਮਰਜ਼ੀ ਹੋ ਲਓ ਵੀ ਤੇਰਾ ਪਿਓ, ਕਹਿੰਦਾ ਨਹੀਂ ਚਾਚਾ ਹੈ। ਇਸੇ ਤਰ੍ਹਾਂ ਹੀ ਅਸੀਂ ਗੁਰਬਾਣੀ ਗਿਆਨ ਸੀ, ਇਹਨੂੰ ਕੁਝ ਹੋਰ ਮੰਨਣ ਲੱਗ ਗਏ। ਹੁਣ ਚਾਹੇ ਕੋਈ ਜਿੰਨਾ ਮਰਜ਼ੀ ਜ਼ੋਰ ਲਾਈ ਚੱਲੇ, ਕਹਿੰਦਾ ਨਹੀਂ ਜੀ। ਸੋ ਭੇਦ ਵੀ ਨਹੀਂ ਆਉਣਾ। ਸਹਿਸਾ ਟੂਟਾ ਨਿਰਮਲ ਹੋਵੇ। ਪਾਤਸ਼ਾਹ ਕਹਿੰਦੇ ਸਹਿਸਾ ਟੂਟਾ, ਕਹਿੰਦੇ ਪਹਿਲਾਂ ਭਰਮ ਛੱਡ, ਫਿਰ ਨਿਰਮਲ ਹੋਣਾ। ਤਾਂ ਜੋਗ ਜੁਗ ਤੇ ਬਾਬਾ ਕਹਿੰਦੇ ਇਸ ਤਰੀਕੇ ਨਾਲ ਜੋਗ ਹੁੰਦਾ। ਤੇਰੇ ਅੰਦਰ ਤਾਂ ਸਹਿਸਾ, ਹਰ ਵੇਲੇ ਤਾਂ ਤੂੰ ਡਰਦਾ ਰਹਿਣਾ, ਹਰ ਵੇਲੇ ਤੇਰੇ ਅੰਦਰ ਭਰਮ ਹੈ। ਭਰਮ ਤੇਰੇ ਅੰਦਰ ਤਾਂ ਹੈ, ਡਰ ਤੇਰੇ ਅੰਦਰ ਆਏ ਤਾਂ ਕੋਈ ਸੱਚ ਤੇ ਨਹੀਂ ਖੜਦਾ, ਤੂੰ ਝੂਠ ਤੇ ਖੜਾ ਹੈ। ਝੂਠੇ ਦੇ ਅੰਦਰ ਡਰ ਹੁੰਦਾ, ਸੱਚੇ ਦੇ ਅੰਦਰ ਕਾਹਦਾ ਡਰ ਹੈ? ਸੋ ਡਰ ਹੈ ਜੇ ਪਾਪ ਕਮਾਉਂਦਾ, ਧਰਮੀ ਵਿਗਸੇਤ। ਡਰੂ ਤਾਂ ਉਹ ਜਿਹੜਾ ਝੂਠਾ ਹੋਊਗਾ, ਸੱਚਾ ਨਹੀਂ ਡਰਦਾ। ਜੋਗ ਜੁਗਤ ਇਹ ਪਾਵੈ, ਕਹਿੰਦੇ ਇਸ ਤਰੀਕੇ ਨਾਲ ਪਾਇਆ ਜਾਂਦਾ ਹੈ। ਅੰਗ 909 ਦੇ ਉੱਪਰ ਹੀ ਪਾਤਸ਼ਾਹ ਕਹਿੰਦੇ ਹਰ ਕਾ ਨਾਮ ਔਖਦ ਹੈ ਜੋਗੀ। ਹੇ ਜੋਗੀ, ਜਿਹੜਾ ਹਰ ਕਾ ਨਾਮ ਹੈ ਉਹ ਦਵਾਈ ਹੈ ਹਉਮੈ ਦੇ ਰੋਗ ਕੱਟਣ ਵਾਸਤੇ। ਜਿਸਨੂੰ ਮਨ ਵਸਾਏ, ਇਹਨੂੰ ਮਨ ਦੇ ਵਿੱਚ ਵਸਾਉਣਾ ਸੀਗਾ। ਰੋਗ ਦਾ ਮਨ ਦੇ ਅੰਦਰਲੇ ਨੂੰ ਹੈ, ਉਹ ਤੂੰ ਠੀਕ ਨਹੀਂ ਕਰਦਾ। ਰੋਗ ਅੰਦਰ ਹੈ, ਦਵਾਈ ਪੀਸ ਕੇ ਰਗੜ ਲਈ ਬਾਹਰ, ਤੇ ਕੀ ਦਰਦ ਠੀਕ ਹੋ ਜੂ? ਨਹੀਂ ਹੋਣਾ। ਮਨ ਵਸਾਏ ਗੁਰਮੁਖ ਹੋਵੇ ਸੋਈ ਬੂਝੈ, ਜੋਗ ਜੁਗਤ ਸੋ ਪਾਏ। ਗੁਰਮੁਖ ਹੋ, ਪਹਿਲਾਂ ਗੁਰਮੁਖ ਬਣਨਾ ਪੈਂਦਾ ਹੈ। ਗੁਰਬਾਣੀ ਗੁਰਮੁਖ ਬਣਾਉਂਦੀ ਹੈ, ਫਿਰ ਬੁੱਝੇ ਜਾਂਦਾ ਗੁਰਮੁਖ ਨਾਦੰ। ਗੁਰਮੁਖ ਬਣੇ ਤੋਂ ਬਾਅਦ ਤੁਰ ਕੀ ਬਾਣੀ ਪ੍ਰਗਟ ਹੁੰਦੀ ਹੈ। ਪਰ ਸਾਡੇ ਤਾਂ ਆਲਰੇਡੀ ਪਹਿਲਾਂ ਹੀ ਸਾਰੇ ਗੁਰਮੁਖ ਨੇ। ਸਾਡੇ ਤਾਂ ਹਰੇਕ ਨੂੰ ਹੀ ਗੁਰਮੁਖ ਕਹਿ ਦਿੰਦੇ ਆ, ਹਰੇਕ ਨੂੰ ਹੀ ਗੁਰਸਿੱਖ ਕਹਿ ਦਿੰਦੇ ਆ, ਹਰੇਕ ਨੂੰ ਹੀ ਵੱਡੇ ਭਾਗਾਂ ਵਾਲਾ ਕਹਿ ਦਿੰਦੇ ਆ, ਹਰੇਕ ਨੂੰ ਕਹਿੰਦੇ ਵੀ ਤੁਸੀਂ ਸੰਗਤ ਕਰਦੇ ਹੋ। 10 ਬੰਦੇ ਦਾ ਇਕੱਠੇ ਹੋ ਕੇ ਬੈਠਣਾ ਸੰਗਤ ਨਹੀਂ ਹੁੰਦੀ,
ਤਾਂ 10 ਬੰਦੇ ਇਕੱਠੇ ਬੈਠੇ ਆ। ਸੰਗਤ ਹੁੰਦੀ ਆ, ਆਤਮਾ ਪ੍ਰਾਤਮਾ ਇੱਕ ਹੋ ਜਾਣਾ। ਮਨ ਨੂੰ ਸੱਚ ਨਾਲ ਕਿਵੇਂ ਜੋੜਨਾ, ਔਰ ਮਨ ਜਦੋਂ ਸੱਚ ਨਾਲ ਜੁੜ ਜਾਂਦਾ ਫੇਰ ਸੰਗਤ ਹੁੰਦੀ ਹੈ। ਸੱਚ ਨਾਲ ਕਿਸੇ ਦਾ ਮਨ ਨਹੀਂ ਜੁੜਿਆ, ਹਰੇਕ ਨੂੰ ਸਤ ਸੰਗਤ ਕਰਕੇ ਆਏ ਜੀ। ਅਸੀਂ ਸਤ ਸੰਗਤ ਨਹੀਂ ਕਰਕੇ ਆਏ। ਤੁਸੀਂ ਤਾਂ ਆਪਣੀਆਂ ਸੁਣਾ ਕੇ ਆ ਗਏ ਜਾਂ ਕੁਛ ਉਹਦੀਆਂ ਸੁਣ ਕੇ ਆ ਗਏ। ਸੱਤ ਦੀ ਸੰਗਤ ਕੀਤੀ ਨਹੀਂ। ਸੱਤ ਦੀ ਸੰਗਤ ਹੁੰਦੀ ਉਹਦੀ ਜੋ ਗੱਲ ਉਹਨੇ ਮੁੱਖੋਂ ਕਹੀ ਆ ਉਹਦੇ ਤੇ ਪਹਿਰਾ ਦਿਓ। ਤੁਸੀਂ ਗੁਰਬਾਣੀ ਦੀ ਇੱਕ ਗੱਲ ਮੰਨ ਕੇ ਸਾਰੀ ਜ਼ਿੰਦਗੀ ਪਹਿਰਾ ਦਿਓ, ਇਹ ਹੈ ਸਤ ਸੰਗਤ। ਗੁਰਬਾਣੀ ਦੀ ਗੱਲ ਕੋਈ ਮੰਨ ਕੇ ਰਾਜੀ ਨਹੀਂ। ਸਤ ਸੰਗਤ ਹੈ ਮੇਰੇ ਮਨ ਤੂੰ ਐਵੇਂ ਘੋੜੇ ਹੀ ਬਣਾ ਲਈ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਬਖਾਣੀ ਹੈ, ਜਿੱਥੇ ਇੱਕ ਹੋਣ ਦੀ ਗੱਲ ਹੋਵੇ, ਜਿਹੜਾ ਆਤਮਾ ਪ੍ਰਾਤਮਾ ਨੂੰ ਇੱਕ ਕਰਨੀ ਜਾਂ ਦੀ ਗੱਲ ਕਰਦਾ ਹੋਵੇ, ਉਹਦੀ ਵਿਆਖਿਆ ਕਰੇ, ਉਹ ਹੈ ਸਤ ਸੰਗਤ। ਇੱਥੇ ਤਾਂ ਪਤਾ ਹੀ ਨਹੀਂ ਵੀ ਆਤਮਾ ਪ੍ਰਾਤਮਾ ਵੀ ਇੱਕ ਕਰਨੀ ਹੈ। ਅੰਗ 946 ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਸਤਿਗੁਰ ਤੇ ਨਾਮ ਪਾਈ ਹੈ ਉਦੂ ਜੋਗ ਜੁਗਤੀ ਤਾਂ ਹੋਈ ਹੈ। ਸਤਿਗੁਰ ਤੇ ਨਾਮ ਕਹਿੰਦੇ ਤੇਰਾ ਜਿਹੜਾ ਮੂਲ ਹੈ, ਇਹਦੇ ਕੋਲੋਂ ਸੱਚ ਦਾ ਗਿਆਨ ਪ੍ਰਾਪਤ ਕਰ, ਭਾਵ ਕਿ ਆਪਣੇ ਆਪ ਦਾ ਗਿਆਨ ਪ੍ਰਾਪਤ ਕਰ ਤੇ ਨਾਮ ਪਾਈਏ। ਫੇਰ ਜਾ ਕੇ ਜਿਹੜੀ ਸੱਚਖੰਡ ਵਾਲੀ ਸੋਝੀ ਹੈ, ਹੁਕਮ ਹੈ ਜਿਹੜਾ, ਉਹ ਮਿਲਣਾ ਤੈਨੂੰ। ਜੋਗ ਜੁਗਤੀ ਤਾਂ ਹੋਈ ਤਾਂ ਹੈ, ਕਹਿੰਦੇ ਜੋਗ ਹੋਣਾ ਉਨਾ ਚਿਰ ਨਹੀਂ ਹੈ। ਸੋ ਬਾਹਰਲੇ ਯੋਗ ਦੀ ਗੱਲ ਵੀ ਗੁਰਬਾਣੀ ਨੇ ਕੀਤੀ ਹੈ। ਜਿਹੜੇ ਬਾਹਰਲਾ ਕਰਦੇ ਆ ਉਹਦੇ ਬਾਰੇ ਵੀ ਆਪਾਂ ਗੁਰਬਾਣੀ ਚੋਂ ਦੇਖਦੇ ਹਾਂ। 941 ਅੰਗ ਤੇ ਪਾਤਸ਼ਾਹ ਕਹਿੰਦੇ, ਬਾਹਰ ਹੈ ਮੈਂ ਜੋਗੀ ਪਰਮਾਏ ਸੰਨਿਆਸੀ ਛੇ ਚਾਰ, ਗੁਰ ਕੈ ਸ਼ਬਦ ਜੋ ਮਰ ਜੀਵੈ ਸੋ ਪਾਏ ਮੋਖ। 12 ਮੈਂ ਜੋਗੀ, ਜੋਗੀਆਂ ਨੇ 12 ਬਾਹਰ ਪੰਥ ਬਣਾਏ ਹੋਏ ਨੇ। ਬਾਹਰ ਹੈ ਉਹ ਇੱਕ ਰਸ ਨਹੀਂ ਹੈਗੇ ਜਿਹੜੇ ਜੋਗੀ ਨੇ। ਉਹ ਜਿਹੜਾ ਬਾਹਰਲਾ ਰਸ ਹੈ ਉਹਦੇ ਨਾਲ ਪਰਮਾਏ ਹੋਏ ਆ। ਸਰੀਰ ਦੇ ਰਸਾਂ ਨੂੰ ਉਹ ਮੰਨਦੇ ਆ, ਸਰੀਰ ਦੇ ਰਸਾਂ ਨਾਲ ਜੁੜ ਗਏ। ਸੰਨਿਆਸੀ, ਜਿਹੜੇ ਸੰਨਿਆਸੀ ਨੇ, ਜਿਹਨਾਂ ਨੇ ਸੰਨਿਆਸ ਲੈ ਲਿਆ, ਸੰਸਾਰ ਨੂੰ ਛੱਡ ਕੇ ਜੰਗਲਾਂ 'ਚ ਜਾ ਕੇ ਰਹਿਣ ਲੱਗੇ, ਉਹ ਸੰਨਿਆਸੀ ਕਹਾਉਣ ਲੱਗੇ। ਉਹ 6 ਨਾਲ ਜੁੜ ਗਏ। 6 ਕੀ ਹੈ? ਅੱਖਾਂ, ਕੰਨ, ਨਾਸਕਾ, 2 ਛਿਦਰ, ਇਹ 6 ਚੱਕਰਾਂ 'ਚ ਫਸ ਗਏ। ਸਾਡੇ ਵੀ ਸਿੱਖ ਮੱਤ ਵਾਲੇ ਕਹਿੰਦੇ ਵੀ 6 ਚੱਕਰ ਹੁੰਦੇ ਆ ਜੀ, ਕੁੰਡਲਨੀ ਹੁੰਦੀ ਹੈ ਜੀ, ਵਿਸ਼ੁੱਧੀ ਹੁੰਦਾ ਚੱਕਰ, ਆਗਿਆ ਚੱਕਰ ਹੁੰਦਾ, ਸ਼ਬਦ ਸਥਾਨ ਚੱਕਰ ਹੁੰਦਾ। ਗੁਰਬਾਣੀ 'ਚ ਕਿਤੇ ਵੀ ਨਹੀਂ ਆਉਂਦਾ। ਇਹ ਜੋਗੀਆਂ ਵਾਲੇ ਨੇ। ਜਿਹੜੀ ਚੀਜ਼ ਪਾਤਸ਼ਾਹੀਆਂ ਨੇ ਰੱਦ ਕੀਤੀ, ਅਸੀਂ ਉਹ ਰੱਦ ਕੀਤੀ ਹੋਈ ਚੀਜ਼ ਨੂੰ ਜਸਟੀਫਾਈ ਕਰਦੇ ਹਾਂ ਕਿ ਇਹ ਸਹੀ ਹੈ। ਸਾਡੇ ਗੁਰੂ ਨੇ ਉਹਨੂੰ ਰੱਦ ਕੀਤਾ, ਅਸੀਂ ਕਹਿੰਦੇ ਨਹੀਂ ਜੀ ਇਹ ਸਹੀ ਨੇ, ਅਸੀਂ ਉਹੀ ਕੁਛ ਹੋਰ ਕਰਦੇ ਹਾਂ। ਬਾਹਰ ਹੈ ਮੈਂ ਜੋਗੀ, ਜੋਗੀ ਬਾਹਰਲੇ ਰਸਾਂ ਦੇ ਨਾਲ ਭਰਮਾਏ ਹੋਏ ਨੇ। ਪਿੰਡੇ ਤੇ ਵਿਭੂਤੀ ਮਲ ਲੈਣੀ, ਸਮਾਧੀ ਬੁਲਾ ਕੇ ਬੈਠੇ ਰਹਿਣਾ, ਲੋਕ ਦੇਖ ਕੇ ਡਰੀ ਜਾਣੇ, ਜਟਾਂ ਵਧਾ ਲੈਣੀਆਂ, ਪੁੱਠੇ ਲੜਕਣਾ, ਕਦੇ ਪਾਣੀ 'ਚ ਖੜ ਜਾਣਾ, ਕਦੇ ਅੱਗ ਮਚਾ ਕੇ ਬੈਠ ਜਾਣਾ। ਇਹ ਸਰੀਰਕ ਕਿਰਿਆਵਾਂ ਨੇ। ਸੰਨਿਆਸੀ 6 4 ਕਹਿੰਦੇ ਜਿਹੜੇ ਸੰਨਿਆਸੀ ਨੇ ਉਹ 6 ਚੱਕਰਾਂ ਨਾਲ ਭਰਮਾਏ ਹੋਏ ਨੇ। 4 ਕੀ ਹੈ? 4 ਪ੍ਰਕਾਰ ਦਾ ਉਹਨਾਂ ਕੋਲ ਗਿਆਨ ਹੈ। ਇੱਕ ਨੂੰ 4 ਹਿੱਸਿਆਂ 'ਚ ਵੰਡ ਲਿਆ। ਵੇਦ ਇੱਕ ਸੀ, ਉਹਦੇ 4 ਹਿੱਸੇ ਬਣਾਤੇ। ਉਹਦੇ 'ਚ ਚਲ ਕੇ ਗੁਰ ਕੈ ਸ਼ਬਦੀ ਜੋ ਮਰ ਜੀਵੈ ਆਏ ਗੁਰਮਤਿ। ਕਹਿੰਦੇ ਜਿਹੜਾ ਗਿਆਨ ਦੇ ਨਾਲ ਆਪਣੇ ਮਨ ਨੂੰ ਮਾਰ ਦੇਵੇ, ਆਪਣੀ ਇੱਛਾ ਨੂੰ ਮਾਰ ਦੇਵੇ, ਸੋ ਪਾਏ ਮੋਖ ਦਵਾਰ। ਕਹਿੰਦੇ ਉਹਨੂੰ ਪਤਾ ਲੱਗਦਾ ਅਸਲੀ ਮੋਖ ਦਵਾਰ ਦਾ। ਉਸ ਤੋਂ ਬਾਅਦ ਨਹੀਂ, ਉਨਾ ਚਿਰ ਨਹੀਂ ਪਤਾ ਲੱਗਦਾ। ਤਨ ਭੇਦ, ਇਹਦੇ ਬਾਰੇ ਵੀ ਆਪਾਂ ਗੁਰਬਾਣੀ 'ਚ ਥੋੜ੍ਹਾ ਜਿਹਾ ਹੋਰ ਦੇਖਦੇ ਹਾਂ। ਹਰ ਇੱਕ ਗੱਲ ਨੂੰ ਆਪਾਂ ਨੇ ਗੁਰਬਾਣੀ ਤੋਂ ਪੁੱਛਣਾ, ਆਪਣੀ ਮਰਜ਼ੀ ਨਾਲ ਨਹੀਂ ਕੁਛ ਵੀ ਕਰਨਾ। ਤਨ ਹੁੰਦਾ ਹਿਰਦਾ, ਤੇ ਜਿੱਥੇ ਤਨ ਬਾਹਰਲੇ ਦੀ ਗੱਲ ਆਉਂਦੀ ਹੈ ਉੱਥੇ ਤੱਤਾ ਨੰਨਾ ਆਊਗਾ ਤਨ, ਤੇ ਜਿੱਥੇ ਤਨੀ ਤੱਤੇ ਨੂੰ ਨੰਨੇ ਨੂੰ ਸਿਆਰੀ, ਉੱਥੇ ਹੈਗਾ ਹਿਰਦੇ ਅੰਦਰ। ਅੰਗ 20 ਦੇ ਉੱਪਰ ਕਹਿੰਦੇ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ। ਕਹਿੰਦੇ ਹੁਣ ਇੱਥੇ ਤਨ ਥੱਲੇ ਬਾਹਰਲਾ ਸਰੀਰ, ਕਹਿੰਦੇ ਜਬ ਲਗ ਜੋਬਨ ਸਾਸ, ਜਿੰਨਾ ਚਿਰ ਇਹਦੇ ਵਿੱਚ ਸਵਾਸ ਚੱਲਦਾ, ਤਬ ਲਗ ਇਹ ਤਨ ਦੇ, ਕਹਿੰਦੇ ਉਨਾ ਚਿਰ ਹੀ ਇਹ ਸਰੀਰ ਹੈ। ਤੇ ਜਦੋਂ ਸਰੀਰ ਦੇ ਵਿੱਚੋਂ ਸਵਾਸ ਰੁਕ ਗਿਆ ਤਾਂ ਖਤਮ। ਅੰਗ 24 ਉੱਪਰ ਕਹਿੰਦੇ ਕਾਮ ਕ੍ਰੋਧ ਤਨੀ ਵਸੈ ਚੰਡਾਲ, ਧਾਨ ਕਰੂਪ ਰਹਾ ਕਰਤਾਰ।
ਕਾਮ ਕ੍ਰੋਧ ਕਿੱਥੇ ਵਸਦੇ ਆ? ਉਹ ਹਿਰਦੇ 'ਚ ਵਸਦੇ ਆ, ਇਹ ਸਰੀਰ 'ਚ ਨਹੀਂ ਵਸਦੇ। ਉਹ ਹਿਰਦੇ 'ਚ ਨੇ। ਕਾਮ ਇੱਛਾ ਸਾਡੇ ਹਿਰਦੇ 'ਚੋਂ ਪੈਦਾ ਹੁੰਦੀ ਹੈ। ਇੱਛਾ ਦੇ ਨਾਲ ਹੀ ਸਾਡੇ ਕ੍ਰੋਧ ਚੱਲ ਪੈਂਦਾ। ਬੁੱਧੀ ਜਦੇ ਉਹਦੀ ਪਲਾਨਿੰਗ ਕਰਨੀ ਸ਼ੁਰੂ ਕਰਦੀ, ਜੇ ਐਂ ਨਹੀਂ ਤਾਂ ਐਂ ਬਣਾ ਲਾਂਗੇ, ਜੇ ਐਂ ਨਹੀਂ ਤਾਂ ਐਂ ਹੋ ਜਾਊਗਾ, ਫਿਰ ਆਪਾਂ ਐਂ ਕਰ ਲਾਂਗੇ। ਬਸ ਇਹ ਚੰਡਾਲ ਧਾਨਕ ਰੂਪ ਰਹਾ ਕਰਤਾਰ। ਕਹਿੰਦੇ ਜਿਹੜਾ ਕਰਤਾਰ ਉਹ ਧਾਨਕ ਰੂਪ ਧਾਰਨ ਕਰ ਲੈਂਦਾ। ਕਰਤਾਰ ਸਾਡਾ ਮੂਲ ਆ, ਉਹ ਵੀ ਇਹਨਾਂ ਦੇ ਨਾਲ ਹੀ ਰਲ ਜਾਂਦਾ ਵੀ ਠੀਕ ਹੈ, ਤੇ ਫਿਰ ਐਂ ਨਹੀਂ ਤਾਂ ਐਂ ਸਹੀ। ਜੇ ਆਪਾਂ ਨਹੀਂ ਕਹਿ ਦਿੰਦੇ ਵੀ ਜੇ ਮੰਨਦਾ ਤਾਂ ਠੀਕ ਹੈ, ਨਹੀਂ ਫਿਰ ਦੂਜੀ ਲੋਟ ਬਣਾ ਲੈਂਦੇ ਆ। ਉਹ ਸਾਡਾ ਮੂਲ ਵੀ ਉੱਧਰ ਹੀ ਰਲ ਜਾਂਦਾ ਵੀ ਜੇ ਐਂ ਨਹੀਂ ਬਣਦਾ ਤਾਂ ਆਹ ਸਹੀ। ਫਿਰ ਆਪਾਂ ਤਾਂ ਲੈਣਾ, ਆਪਾਂ ਤਾਂ ਚਾਹੀਦੀ ਹੈ ਵਸਤੂ, ਜੇ ਐਂ ਨਹੀਂ ਮਿਲੀ ਤਾਂ ਆਹ ਲੈ ਲਓ। ਅੰਗ 19 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਤਨ ਜਲ ਵੱਲ ਮਾਟੀ ਪਿਆ, ਮਨ ਮਾਇਆ ਹੋਏ ਬਹੁ ਮਨੂਰ। ਕਹਿੰਦੇ ਤਨ ਜਲ ਵੱਲ ਮਾਟੀ ਪਿਆ। ਕਹਿੰਦੇ ਆ ਜਿਹੜਾ ਬਾਹਰਲਾ ਸਰੀਰ ਹੈ ਇਹ ਤਾਂ ਜਲ ਜਾਂਦਾ ਤੇ ਮਿੱਟੀ ਬਣ ਜਾਂਦਾ। ਕਹਿੰਦੇ ਮਨ ਮਾਇਆ ਮੋਹ ਮਨੂਰ। ਕਹਿੰਦੇ ਜਿਹੜਾ ਮਨ ਹੈ ਉਹ ਮਾਇਆ ਨਾਲ ਸੜ ਜਾਂਦਾ, ਉਹਨੂੰ ਮਾਇਆ ਸਾੜ ਦਿੰਦੀ ਹੈ, ਬਾਹਰਲੇ ਤਨ ਨੂੰ ਅੱਗ ਸਾੜ ਦਿੰਦੀ ਹੈ। ਅੰਗ 19 ਦੇ ਉੱਪਰ ਹੀ ਪਾਤਸ਼ਾਹ ਕਹਿੰਦੇ ਤਨ ਸੂਚਾ ਸੋ ਆਖੀ ਹੈ ਜਿਸਮੇ ਸਾਚਾ ਨਾ ਹੋ। ਕਹਿੰਦੇ ਉਹ ਹਿਰਦਾ ਸੁੱਚਾ ਹੈ, ਉਹ ਤਨ ਸੁੱਚਾ ਹੈ, ਸੋ ਆਖੀਏ ਉਹਨੂੰ ਆਖਿਆ ਜਾਂਦਾ ਦਰਗਾਹ ਦੇ ਵਿੱਚ ਜਿਸਮੇ ਸਾਚਾ ਨਾ ਹੋ, ਜਿਹਦੇ ਅੰਦਰ ਸੱਚੇ ਦਾ ਹੁਕਮ ਚੱਲਦਾ, ਜਿਹਨੇ ਆਪਣੇ ਹਿਰਦੇ ਚੋਂ ਹੁਕਮ ਪ੍ਰਗਟ ਕੀਤਾ ਹੋਇਆ। ਉਹ ਹੈ ਤਨੀ, ਉਹ ਹੈ ਹਿਰਦਾ। ਸੁਣਿਆ ਸਾਥ ਸਿਮਰਤ ਵੇਦ। ਹੁਣ ਜਿਨ੍ਹਾਂ ਨੇ ਸੁਣੀਆਂ ਉਹਨਾਂ ਨੇ ਸ਼ਾਸਤਰ ਲਿਖੇ, ਸਿਮਰਤੀਆਂ ਲਿਖਤੀਆਂ, ਵੇਦ ਲਿਖਤੇ। ਉਹ ਕਹਿੰਦੇ ਵੀ ਅਸੀਂ ਵੀ ਸਹੀ ਲਿਖਿਆ ਜੋ ਵੀ ਕੁਛ ਲਿਖਿਆ, ਪਰ ਗੁਰਬਾਣੀ ਨੇ ਉਹਨਾਂ ਨੂੰ ਇਹ ਗੱਲ ਤੋਂ ਰੱਦ ਕੀਤਾ ਕਿ ਸੋਧੇ ਸ਼ਾਸਤਰ ਸਿਮਰਤ ਸਗਲ। ਉਹਨਾਂ ਨੇ ਸ਼ੋਧ ਕਰਕੇ ਲਿਖੀ ਹੈ ਕਿ ਅਸਲ ਵਿੱਚ ਜਿਹੜਾ ਸੁਣਿਆ ਜਾਂਦਾ ਉਹ ਸ਼ਾਸਤਰ ਕੀ ਹੈ, ਉਹ ਸਿਮਰਤੀ ਕੀ ਹੈ, ਉਹ ਵੇਦ ਕੀ ਹੈ। ਪਰ ਉਹ ਜਿਹੜੇ ਦੂਜੇ ਲਿਖੇ ਗਏ ਨੇ ਉਹਨਾਂ ਵਿੱਚ ਤਾਂ ਮਿਲਾਵਟਾਂ ਸੀ। ਉਹਨਾਂ ਦੇ ਸ਼ਾਸਤਰਾਂ ਦੇ ਵਿੱਚ ਕੀ ਲਿਖਿਆ ਹੈ? 6 ਸ਼ਾਸਤਰ ਨੇ, 6 ਜਾਣਿਆਂ ਨੇ ਲਿਖਿਆ, ਵੱਖੋ ਵੱਖਰਾ ਲਿਖਿਆ, ਉਹਨਾਂ ਦਾ ਆਪਸ ਵਿੱਚ ਨਹੀਂ ਰਲਦਾ। 27 ਸਿਮਰਤੀਆਂ ਨੇ, ਸਿਮਰਤੀਆਂ ਆਪਸ ਵਿੱਚ ਨਹੀਂ ਰਲਦੀਆਂ। ਪਰ ਜਿਹੜਾ ਗੁਰਮੁਖ ਹੈ ਵੇਦ ਲਿਖਦਾ ਉਹਦੀ ਇੱਕੋ ਹੀ ਰਚਨਾ। ਜੋ ਕੁਛ ਵੇਦ 'ਚ ਲਿਖਿਆ ਗਿਆ ਉਹੀ ਕੁਛ ਗੁਰਬਾਣੀ 'ਚ। ਵੇਦ ਧਰਮ ਦ੍ਰਿੜੋ, ਵੇਦ ਧਰਮ ਲਿਖਿਆ। ਪਾਪ ਤਜਾਇਆ ਬਲਰਾਮ ਜੀਓ। ਜਿਹਨੇ ਵੇਦ ਧਰਮ ਦ੍ਰਿੜ ਕਰ ਲਿਆ, ਵੇਦ ਹੁੰਦਾ ਸੱਚ, ਹੁਕਮ ਦਾ ਗਿਆਨ, ਉਹਨੂੰ ਦ੍ਰਿੜ ਕਰ ਲਿਆ ਤਾਂ ਉਹਦੇ ਅੰਦਰ ਭਾਣਾ ਆਪਣਾ ਆਪ ਖਤਮ ਹੋ ਜਾਂਦਾ, ਪਾਪ ਦੂਰ ਹੋ ਜਾਂਦਾ ਉਦੋਂ। ਸੋ ਪਾਤਸ਼ਾਹ ਨੇ ਸਾਰਾ ਕੁਝ ਸੋਧ ਕੇ ਸਾਨੂੰ ਦਿੱਤਾ। ਕੋਈ ਵੀ ਚੀਜ਼ ਸਾਡੇ ਕੋਲੋਂ ਲੁਕੋਈ ਨਹੀਂ ਹੈ। ਅੰਗ 163 ਦੇ ਉੱਪਰ ਪਾਤਸ਼ਾਹ ਕਹਿੰਦੇ ਪੰਡਿਤ ਸ਼ਾਸਤ ਸਿਮਰਤ ਪੜ੍ਹਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜ੍ਹਿਆ। ਕਹਿੰਦੇ ਪੰਡਿਤ ਕੀ ਕਰਦਾ? ਉਹ ਸ਼ਾਸਤ ਸਿਮਰਤ ਪੜ੍ਹਿਆ, ਉਹਨੇ ਪੜ੍ਹੇ ਨੇ। ਉਹ ਪੰਡਿਤ ਦਾ ਕੰਮ ਹੈ ਪੜ੍ਹਨਾ। ਜਿਵੇਂ ਅੱਜ ਇਹ ਮੇਰੇ ਮਨ ਤੂੰ ਗੁਰਬਾਣੀ ਪੜ੍ਹਦਾ, ਤੂੰ ਗੁਰਬਾਣੀ ਦਾ ਪੰਡਿਤ ਹੈ, ਤੂੰ ਪੜ੍ਹਦਾ ਹੀ ਹੈ। ਉਹ ਸਿਮਰਤ ਸ਼ਾਸਤ ਪੜ੍ਹਦੇ, ਤੂੰ ਅੱਜ ਗੁਰਬਾਣੀ ਪੜ੍ਹਨ ਲੱਗਿਆ। ਜੋਗੀ ਗੋਰਖ ਗੋਰਖ ਕਰੇ। ਜੋਗੀ ਗੋਰਖ ਗੋਰਖ ਹੀ ਕਰੀ ਜਾਂਦੇ ਸੀਗੇ ਵੀ ਜੋ ਕੁਛ ਹੈ ਗੋਰਖ ਹੀ ਹੈ। ਜਿਵੇਂ ਅੱਜ ਅਸੀਂ ਵੀ ਕੁਛ ਕਰਦੇ ਹਾਂ ਵੀ ਉਹੀ ਸੀ ਸਭ ਕੁਛ ਜੀ, ਅਸੀਂ ਤਾਂ ਫਿਰ ਕੀ ਹਾਂ? ਅਸੀਂ ਵੀ ਇੱਕ ਸ਼ਬਦ ਨੂੰ ਲੈ ਕੇ ਲਾ ਕੇ ਬਾਰ-ਬਾਰ ਕਰਨਾ। ਜੋਗੀ ਵੀ ਉਸੇ ਤਰ੍ਹਾਂ ਹੀ ਕਰਦਾ, ਜੋਗੀ ਗੋਰਖ ਗੋਰਖ ਕਰਿਆ। ਪਰ ਪਾਤਸ਼ਾਹ ਕਹਿੰਦੇ ਮੈਂ ਮੂਰਖ, ਮੈਂ ਕੀ ਕੀਤਾ? ਜਿਹਨੂੰ ਤੁਸੀਂ ਮੂਰਖ ਮੰਨਦੇ ਨੇ ਸਾਰੇ, ਕਿਉਂਕਿ ਮੈਂ ਆਹ ਕੁਛ ਨਹੀਂ ਕੀਤਾ ਉੱਪਰਲਾ। ਨਾ ਤਾਂ ਮੈਂ ਪੰਡਿਤ ਵਾਂਗੂ ਸਿਮਰ ਸ਼ਾਸਤਰ ਪੜ੍ਹੇ, ਨਾ ਮੈਂ ਜੋਗੀ ਵਾਂਗੂ ਗੋਰਖ ਗੋਰਖ ਕੀਤਾ। ਮੈਂ ਆਹ ਕੁਛ ਨਹੀਂ ਕੀਤਾ ਜਿਹੜਾ ਕੋਈ ਤੁਸੀਂ ਕਰਦੇ ਹੋ। ਇਸੇ ਕਰਕੇ ਉਹਨੂੰ ਮੂਰਖ ਕਹਿੰਦੇ ਆ। ਮੈਂ ਮੂਰਖ, ਮੈਂ ਕੀ ਕੀਤਾ? ਚਲੋ ਮੈਂ ਮੂਰਖ, ਤੁਸੀਂ ਮੈਨੂੰ ਮੂਰਖ ਕਹਿੰਦੇ ਹੋ, ਪਰ ਮੈਂ ਕੀ ਕੀਤਾ? ਹਰ ਹਰ ਜਪ ਪੜ੍ਹਿਆ। ਕਹਿੰਦੇ ਮੈਂ ਹਰ ਨੂੰ ਜਪਿਆ, ਹਰ ਨੂੰ ਜਾਣਨ ਵਾਸਤੇ ਕੁਛ ਪੜ੍ਹਿਆ। ਇਹਦਾ ਮਤਲਬ ਫਰਕ ਹੈ। ਹਰ ਜਿਹੜਾ ਆਪਣਾ ਮੂਲ ਹੈ, ਹਰ ਜਿਹੜਾ ਸੱਚਖੰਡ ਹੈ, ਜਿਹੜਾ ਹੁਕਮ ਹੈ, ਧੁਰ ਬਾਣੀ, ਉਹਦੇ ਲਈ ਜਪ। ਜਪ ਹੁੰਦਾ ਸਮਝਣਾ, ਉਹਨੂੰ ਸਮਝਿਆ, ਉਹਦੇ ਲਈ ਸਮਝਿਆ ਕਿ ਕੁਛ ਪੜ੍ਹਿਆ ਵੀ ਹੈ। ਕਿਉਂਕਿ ਭਗਤਾਂ ਦੇ ਕੋਲ, ਭਗਤਾਂ ਦੀ ਗੁਰਬਾਣੀ ਸੀ ਪਾਤਸ਼ਾਹੀਆਂ ਦੇ ਕੋਲ, ਕਹਿੰਦੇ ਅਸੀਂ ਉਹ ਪੜ੍ਹੀ, ਉਹਦੇ 'ਚੋਂ ਪੜ੍ਹ ਕੇ ਜਪਿਆ। ਜਪ ਹੁੰਦਾ ਸਮਝਣਾ, ਜਾਣਨਾ, ਪਛਾਨਣਾ, ਬੁੱਝਣਾ। ਕਹਿੰਦੇ ਅਸੀਂ ਉਹ ਬੁੱਝ ਲਿਆ। ਅੰਗ 920 ਦੇ ਉੱਪਰ ਪਾਤਸ਼ਾਹ ਕਹਿੰਦੇ ਸਿਮਰਤ ਸ਼ਾਸਤਰ ਪਾਪ ਪੁੰਨ ਵਿਚਾਰ ਦੇ,
ਤੱਤੈ ਸਾਰ ਨਾ ਜਾਣੀ। ਕਹਿੰਦੇ ਤੁਹਾਡੇ ਸਿਮਰ ਸ਼ਾਸਤਰਾਂ ਵਿੱਚ ਤਾਂ ਹੈ, ਤੀਜੇ ਪਾਤਸ਼ਾਹ ਕਹਿੰਦੇ ਆ ਆਨੰਦ ਦੀ ਗੁਰਬਾਣੀ ਦੇ ਅੰਦਰ, ਰਾਮਕਲੀ ਰਾਗ ਦੇ ਅੰਦਰ ਹੈ। ਰਾਮ ਸਾਡਾ ਮੂਲ ਕਲੀ ਹੈ, ਉਹਦੀ ਇੱਛਾ, ਕਲੀ ਵਾਂਗੂ ਖਿੜਿਆ ਹੋਇਆ। ਸਿਮਰਤ ਸ਼ਾਸਤਰ ਪਾਪ ਪੁੰਨ ਵਿਚਾਰਦੇ, ਕਹਿੰਦੇ ਤੁਹਾਡੇ ਤਾਂ ਪਾਪ ਪੁੰਨ ਦੀ ਵਿਚਾਰ ਸੀ। ਸਿਮਰ ਸ਼ਾਸਤਰਾਂ ਵਿੱਚ ਪਾਪ ਪੁੰਨ ਹੈ ਕਿ ਆਹ ਪਾਪ ਹੋ ਗਿਆ ਤਾਂ ਆਹ ਪੁੰਨ ਕਰ ਲਓ, ਆਹ ਪੁੰਨ ਦਾ ਆਹ ਫਲ ਮਿਲ ਜਾਂਦਾ ਹੈ, ਤਾਂ ਸਾਰੀ ਜ਼ਿੰਦਗੀ ਉਸੇ ਕੰਮ ਚਲਾਉਂਦੇ। ਪਾਤਸ਼ਾਹ ਕਹਿੰਦੇ ਤੱਤੈ ਸਾਰ ਨਾ ਜਾਣੀ, ਤੁਹਾਨੂੰ ਹੁਕਮ ਬਾਰੇ ਨਹੀਂ ਪਤਾ। ਤੁਸੀਂ ਤਾਂ ਪਾਪ ਪੁੰਨ ਤੇ ਪਾਪ ਜ਼ਿਆਦਾ ਕਰ ਲਏ ਤਾਂ ਨਰਕ ਮਿਲ ਜੂ, ਪੁੰਨ ਜ਼ਿਆਦਾ ਕਰ ਲਏ ਜੀ ਸਵਰਗ ਜਾਓਗੇ। ਜਦੋਂ ਪੁੰਨ ਖਤਮ ਹੋ ਗਏ ਫਿਰ ਤੁਸੀਂ ਤੁਹਾਨੂੰ ਬਾਹਰ ਕੱਢ ਦਿੰਦੇ ਆ। ਤੇ ਗੁਰਬਾਣੀ ਦੇ ਇਹਨਾਂ ਚੀਜ਼ਾਂ ਨੂੰ ਮੰਨਦੀ ਨਹੀਂ। ਗੁਰਬਾਣੀ ਕਹਿੰਦੀ ਹੈ ਪਾਪ ਪੁੰਨ ਹਮਰੇ ਵਸ ਨਾ ਹੈ, ਰਸਕ ਰਸਕ ਨਾਨਕ ਗੁਣ ਗਾਏ। ਕਹਿੰਦੇ ਅਸੀਂ ਨਹੀਂ ਮੰਨਦੇ ਪਾਪ ਪੁੰਨ ਨੂੰ, ਕਿਉਂਕਿ ਸਾਡੇ ਤਾਂ ਬਸ ਇਹ ਕੁਛ ਨਹੀਂ। ਹਾਂ, ਜਿਹੜਾ ਦਰਗਾਹੀ ਪਾਪ ਪੁੰਨ ਹੈ ਉਹਨੂੰ ਅਸੀਂ ਮੰਨਦੇ ਹਾਂ। ਉਹ ਪਾਪ ਪੁੰਨ ਕੀ ਹੈ? ਹੁਕਮ 'ਚ ਰਹਿਣਾ ਪੁੰਨ ਹੈ, ਹੁਕਮ ਤੋਂ ਬਾਹਰ 'ਚ ਰਹਿਣਾ ਪਾਪ ਹੈ। ਸੰਸਾਰੀਆਂ ਦਾ ਪਾਪ ਪੁੰਨ ਹੋਰ ਹੈ, ਉਹ ਸਰੀਰ ਨਾਲ ਸੰਬੰਧਿਤ ਹੈ। ਸਰੀਰ ਨਾਲ ਪਾਠ ਕਰ ਲਿਆ ਪੁੰਨ ਹੈ, ਨਾ ਕੀਤਾ ਤੇ ਪਾਪ ਬਹੁਤ ਨੇ। ਸਰੀਰ ਨਾਲ ਚੱਕ ਕੇ ਕਿਸੇ ਨੂੰ ਪਾਣੀ ਦਾ ਗਲਾਸ ਫੜਾ ਤਾਂ ਪੁੰਨ ਕਮਾ ਲਿਆ, ਨਾ ਕਿਸੇ ਨੂੰ ਪਾਣੀ ਦੀ ਘੁੱਟ ਦਿੱਤੀ ਤੂੰ ਪਾਪ ਕਮਾ ਲਿਆ। ਇਹ ਤਾਂ ਸੰਸਾਰੀਆਂ ਦੇ ਹੈ, ਨਿਰਾਕਾਰੀਆਂ ਦਾ ਨਹੀਂ ਹੈ, ਦਰਗਾਈਆਂ ਦਾ ਨਹੀਂ ਹੈ। ਦਰਗਾਈਆਂ ਦਾ ਕਿ ਸੁਰਤ ਮਾੜ ਜੀ ਕਮਾਇਆ 'ਚ ਗਈ ਪਾਪ ਹੋ ਗਿਆ। ਸੁਰਤ ਸੱਚ 'ਚ ਖੜੀ ਹੈ, ਹੁਕਮ ਨਾਲ ਜੁੜੀ ਖੜੀ ਹੈ ਤਾਂ ਪੁੰਨ ਹੈ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ। ਤੱਤੈ ਸਾਰ ਨਾ ਜਾਣੀ, ਕਹਿੰਦੇ ਇਹ ਗੱਲ ਗੁਰੂ ਤੋਂ ਬਿਨਾਂ ਨਹੀਂ ਕੋਈ ਜਾਣ ਸਕਦਾ। ਗੁਰੂ ਪੂਰੀ ਸੋਝੀ ਆਈ ਤੋਂ ਬਿਨਾਂ ਨਹੀਂ ਗੱਲ ਬਣਦੀ। ਧੁਰ ਕੀ ਬਾਣੀ ਆਈ ਤਿਨੀ ਸਗਲੀ ਚਿੰਤ ਮਿਟਾਈ। ਸਗਲੀ ਚਿੰਤਾ ਉਹਦੇ ਨਾਲ ਹੀ ਮਿਟਦੀ ਹੈ, ਧੁਰ ਕੀ ਬਾਣੀ ਨਾਲ ਹੀ। ਜਿੰਨਾ ਚਿਰ ਪੂਰੀ ਸੋਝੀ ਨਹੀਂ ਆਉਂਦੀ ਉਹਨਾਂ ਚਿਰ ਚਿੰਤਾ ਨਹੀਂ ਮਿਟ ਸਕਦੀ। ਤਾਂ ਪਾਤਸ਼ਾਹ ਨੇ ਜ਼ੋਰ ਦੇ ਕੇ ਲਿਖਿਆ ਤੱਤੈ ਸਾਰ ਨਾ ਜਾਣੀ। ਕਹਿੰਦੇ ਤੁਸੀਂ ਤੱਤ ਦੀ ਸਾਰ ਨਹੀਂ ਜਾਣ ਸਕੇ, ਤੁਹਾਨੂੰ ਤੱਤ ਦਾ ਨਹੀਂ ਪਤਾ, ਤੁਸੀਂ ਤਾਂ ਪਾਪ ਪੁੰਨ ਚੜ੍ਹਦੇ ਹੋਏ। ਆਪ ਵੀ ਤੁਸੀਂ ਪਾਪ ਪੁੰਨ 'ਚ ਫਸੇ, ਜਿਹੜੇ ਤੁਹਾਡੇ ਕੋਲ ਆਏ ਤੁਸੀਂ ਉਹਨਾਂ ਨੂੰ ਵੀ ਪਾਪ ਪੁੰਨ 'ਚ ਹੀ ਫਸਾਇਆ। ਤੁਸੀਂ ਉਹਨੂੰ ਸਿੱਧਾ ਕਹਿੰਦੇ ਵੀ ਨਹੀਂ ਪਾਪ ਪੁੰਨ ਕੁਛ ਨਹੀਂ ਹੁੰਦਾ, ਉਹਦੀ ਰਜਾ 'ਚ ਰਹੋ। ਆਹ ਇਹ ਅਸਲੀ ਪਾਪ ਪੁੰਨ। ਇਹਦਾ ਖਿਆਲ ਰੱਖਣਾ। ਸੰਸਾਰ ਜੋ ਹੋ ਰਿਹਾ ਠੀਕ ਹੈ, ਸੰਸਾਰ 'ਚ ਮਾਸ ਖਾਣਾ ਪਾਪ ਹੈ। ਸਿੱਖ ਮੱਤ ਵਾਲੇ ਰੌਲਾ ਪਾਉਂਦੇ ਆ, ਪਰ ਸਿੱਖ ਮੱਤ ਦੇ ਵਿੱਚ ਹੀ 99% ਮਾਸ ਵੀ ਖਾਂਦੇ ਆ। ਇਹਨਾਂ ਦੀ ਵਿਰਾਸਤ ਵਿੱਚ ਨਹੀਂ ਰਲਦੀ। ਇਸੇ ਝਗੜੇ ਦੇ ਭਾਈਆਂ ਦੇ ਨਾਲ ਭਾਈ ਲੜਾਤੇ। ਉਹ ਕਹਿੰਦਾ ਮੇਰੇ ਘਰੇ ਮਾਸ ਨਾ ਬਣੀ, ਉਹ ਕਹਿੰਦਾ ਮੈਂ ਨਹੀਂ ਬਣ ਦੇਣਾ, ਉਹ ਕਹਿੰਦਾ ਤੂੰ ਅੱਡ ਹੋ ਜਾ, ਅੱਡ ਹੋ ਗਏ। ਜਦ ਕਿ ਉਹਨਾਂ ਨੂੰ ਅਸਲੀ ਮਾਸ ਬਾਰੇ ਦੱਸਣਾ ਸੀ ਵੀ ਅਸਲੀ ਮਾਸ ਆਹ ਹੁੰਦਾ ਭਾਈ, ਜਿਹੜਾ ਤੂੰ ਆ ਬਾਹਰਲਾ ਮਾਸ ਖਾਣਾ ਇਹ ਤੇਰੀ ਆਪਣੀ ਮਰਜ਼ੀ ਹੈ, ਖਾਣਾ ਖਾ, ਨਹੀਂ ਖਾਣਾ ਨਾ ਖਾ, ਪਰ ਅਸਲੀ ਨਾ ਖਾ। ਜਿਹੜਾ ਦਰਗਾਹ 'ਚ ਪ੍ਰਵਾਨਿਤ ਹੈ ਉਹ ਮਾਸ ਨਾ ਖਾ, ਉਹ ਤਾਂ ਤੂੰ ਰੋਜ਼ ਖਾ ਰਿਹਾ। ਝੂਠ ਬੋਲ ਮਰਦਾਰ ਖਾਏ, ਆਹ ਹੈ ਦਰਗਾਹੀ ਮਾਸ। ਝੂਠ ਬੋਲ ਲਿਆ, ਮਰਦਾਰ ਖਾ ਲਿਆ, ਮਾਸ ਖਾ ਲਿਆ। ਅਸੀਂ ਜੀ ਮਾਸ ਨਹੀਂ ਖਾਂਦੇ, ਅਸੀਂ ਵੈਸ਼ਨੂੰ ਹੈ। ਸੋ ਵੈਸ਼ਨੂੰ ਜਿਸ ਉੱਪਰ 100%, ਉਹ ਵੈਸ਼ਨੂੰ ਹੁੰਦਾ ਜਿਹਦੇ ਉੱਪਰ 100% ਹੋਵੇ, ਜਿਹਦੇ ਅੰਦਰ ਧੁਰ ਕੀ ਬਾਣੀ ਹੋਵੇ, ਜਿਹਨੇ ਸਾਰੀ ਮਾਇਆ ਛੱਡਤੀ ਹੋਵੇ, ਜਿਹਦੀ ਸੁਰਤ ਮਾਇਆ 'ਚ ਨਹੀਂ ਜਾਂਦੀ, ਉਹ ਵੈਸ਼ਨੂੰ ਹੈ ਦਰਗਾਹ ਤੋਂ। ਸਾਡੇ ਤਾਂ ਇਹ ਚੀਜ਼ਾਂ ਤੇ ਖੜੇ ਆਏ ਤਾਂ ਸਾਡੇ ਤਾਂ ਇਹੀ ਨਹੀਂ ਝਗੜਾ ਨਿਕਲਦਾ ਕਿ ਜੀ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਸ਼ਰਾਬ ਪੀਣੀ ਚਾਹੀਦੀ ਹੈ ਕਿ ਨਹੀਂ ਪੀਣੀ ਚਾਹੀਦੀ। ਤੁਸੀਂ ਮੂਰਖ ਹੋ, ਤੁਹਾਨੂੰ ਨਹੀਂ ਪਤਾ ਤੁਹਾਡਾ ਸਰੀਰ ਕੀ ਕਹਿੰਦਾ। ਪਰ ਇਹਨੂੰ ਧਰਮ ਨਾਲ ਜੋੜ ਲਿਆ। ਕੱਲ੍ਹ ਨੂੰ ਤਾਂ ਕੋਈ ਜਿਹੜਾ ਸ਼ੂਗਰ ਦਾ ਮਰੀਜ਼ ਆ ਉਹ ਕਹਿ ਦੂਗਾ ਜੀ ਗੁੜ ਖਾਣਾ ਪਾਪ ਹੈ। ਉਹ ਤੈਨੂੰ ਸ਼ੂਗਰ ਹੋਈ ਹੈ ਤੂੰ ਨਾ ਖਾ, ਪਰ ਤੂੰ ਦੂਜੇ ਤੇ ਲਾਗੂ ਨਹੀਂ ਕਰ ਸਕਦਾ। ਇਸੇ ਕਰਕੇ ਪਾਤਸ਼ਾਹ ਨੇ ਕਿਹਾ ਸੀ ਮਾਸ ਕਰ ਮੂਰਖ ਝਗੜੇ। ਕਹਿੰਦੇ ਤਾਂ ਮੂਰਖ ਲੋਕਾਂ ਦਾ ਝਗੜਾ। ਗਿਆਨ ਧਿਆਨ ਹੈ, ਜਿਹੜੇ ਕਹਿੰਦੇ ਗਿਆਨ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਕੱਖ ਵੀ। ਧਿਆਨ ਤਾਂ ਚਲੋ ਬਹੁਤ ਵੱਡੀ ਗੱਲ ਹੈ, ਇਹਨਾਂ ਦਾ ਗਿਆਨ ਵੀ ਨਹੀਂ ਪਤਾ। ਬਹੁਤ ਬਰੀਕ ਰਸਤਾ ਉਹਦਾ ਉਦੋਂ ਪਤਾ ਲੱਗਦਾ ਜਦੋਂ ਪਾਤਸ਼ਾਹ ਕਹਿੰਦੇ ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ। ਜਿੰਨਾ ਚਿਰ ਗੁਰੂ ਦੀ ਕਰਾਮਾਤ ਨਹੀਂ ਵਰਤਦੀ, ਸ਼ਬਦ ਗੁਰੂ ਹਿਰਦੇ 'ਚ ਪ੍ਰਗਟ ਨਹੀਂ ਹੁੰਦਾ, ਉਨਾ ਚਿਰ ਤੱਤ ਦਾ ਨਹੀਂ ਪਤਾ ਲੱਗਦਾ, ਸਾਰ ਨਹੀਂ ਜਾਣੀ ਜਾ ਸਕਦੀ। ਸੁਣਿਆ ਜੋਗ ਜੁਗ ਤਨ ਭੇਦ, ਸੁਣਿਆ ਸਾਸ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਭਗਤਾਂ ਨੂੰ ਹੀ ਸਦਾ ਵਿਕਾਸ ਹੁੰਦਾ, ਭਗਤਾਂ ਤੋਂ ਬਿਨਾਂ ਕਿਸੇ ਨੂੰ ਵਿਕਾਸ ਨਹੀਂ ਹੁੰਦਾ।
ਭਗਤ ਉਹਨੂੰ ਕਹਿੰਦੇ ਆ ਜਿਹਦੇ ਅੰਦਰ ਭੈ ਨਾ ਹੋਵੇ, ਜਿਹੜਾ ਨਿਰਭਉ ਹੈ, ਜਿਹੜਾ ਨਿਰਵੈਰ ਹੈ, ਉਹ ਭਗਤ ਹੈ। ਸਦਾ ਹੀ ਵਿਕਾਸ ਹੈ। ਸਦਾ ਵਿਕਾਸ ਕੀ ਹੁੰਦਾ? ਸਦਾ ਹੀ ਉਹ ਹੁਕਮ ਦੇ ਵਿੱਚ ਰਹਿੰਦੇ ਆ। ਜਿਵੇਂ ਪਾਤਸ਼ਾਹ ਕਹਿੰਦੇ ਆ ਅੰਗ 487 ਦੇ ਉੱਪਰ, ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਸੋ ਭਗਤ ਹੀ ਸਦਾ ਵਿਕਾਸ ਵਿੱਚ ਰਹਿੰਦੇ ਹਨ। ਉਹਨਾਂ ਦੇ ਅੰਦਰ ਦੁੱਖ ਪਾਪ ਭਾਵ ਆਪਣਾ ਭਾਣਾ ਨਹੀਂ ਹੁੰਦਾ। ਉਹ ਸਦਾ ਹੀ ਹੁਕਮ ਵਿੱਚ ਚੱਲਦੇ ਹਨ। ਸੰਸਾਰੀ ਲੋਕਾਂ ਦੀ ਦ੍ਰਿਸ਼ਟੀ ਉਹਨਾਂ ਪ੍ਰਤੀ ਕੁਝ ਵੀ ਹੋਵੇ ਉਹ ਪਰਵਾਹ ਨਹੀਂ ਕਰਦੇ। ਇਸੇ ਕਰਕੇ ਬਚਨ ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਕਦੇ ਨਹੀਂ ਨਿਭਦੀ ਹੈਗੀ, ਚਾਹੇ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ। ਸੋ ਇੱਥੋਂ ਤੱਕ ਕਿ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।